वाहिगुरु। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। वाहिगुरु 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 वाहिगुरु। तुम दाते ठाकुर प्रतिपालक नायक खसम हमारे। निमख निमख तुम ही प्रतिपालो हम बारक तुमरे तारे। तुम दाते ठाकुर प्रतिपालक नायक खसम हमारे। जेवा एक कवन गुण कहिए जेवा एक कवन गुण कहिए बेशुमार बेअंत सुआमी तेरो अंत ना किन्ही लहिए। कोट पराध हमारे खंडो कोट पराध हमारे खंडो अनिक विधि समझावो। हम ज्ञान अलप मत थोरी हम ज्ञान अलप मत थोरी तुम आपन बिरत रखावो। तुमरी शरण तुम्हारी आशा तुम ही सजन सुहेले। राखो राखन हार दयाला नानक करके कोले। तुमरी शरण तुम्हारी आशा तुम ही सजन सुहेले। राखो राखन हार दयाला राखो राखन हार दयाला नानक करके कोले। वाहिगुरु जी का खालसा वाहिगुरु जी की फतेह। बेटा जी, आसा ते आशा अक्सर सस्से ਨੂੰ ਅਸੀਂ ਪੈਰੀ ਬਿੰਦੀ ਲਾਣੇ ਆ, ਪਰ ਉਹਨੂੰ ਲਾਣੇ ਆ ਜਿਹਨੂੰ ਲੱਗਦੀ ਹੈ। ਇਹ ਇੱਥੇ ਆਸਾ ਹੀ ਹੈ। आशा मैंने उम्मीद, एक्सपेक्टेशन। तुमरी शरण, उथे शरण नहीं है, उथे शरण। तुमरी शरण तुम्हारी आशा नहीं, तुम्हारी आशा। तुम्हारी आस प्यासा तुमरी तुमरी संग तुम ही संग मन लीना जी। आशा दी वार कहने असी, है ना। चलो हाँ जी हरकेवल जी। मैं पहले एक पुछ लवां जी, इनू आपां हुण दरगह प्रोनाउंस करना कि दरगाह? दरगाह, ठीक है। पंच परवान पंच प्रधान पंचे पावै दरगाह दरगाह मान। पंचे सो है दर राजा सो है दर राजान। पंचा का गुर एक ध्यान। जे को कहे करे विचार करते कह करने नहीं सुमार शुमार।
तौल धर्म दया का पूत, संतोख था परखिया जिन सूत। जे को बुझै होवे सचियार, तबले ऊपर के तापहार। धरती होर परै होर होर, तिसते पार तले कवण जोर। जी जात रंगा के नाम, सबना लिखिया बुढ़ी कलाम। ए लेखा लिख जाने कोए, लेखा लिखिया केता होए। केता ताण सवालिव रूप, केती दात जाने कौन कूत। गीता पसाओ एको कबाओ, तिसते होए लख दरियाओ। कुदरत कवण कहा विचार, वारिया न जावा एक बार। जो तुद भावै साई पलीकार, तू सदा सलामत निरंकार। जो तुद भावै साई भलीकार, तू सदा सलामत निरंकार। वाहिगुरू जी। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੇ ਵਿੱਚ ਜਿਹੜਾ ਆਤਮਕ ਸਫ਼ਰ ਮਾਲਕ ਜੀ ਨੇ ਸ਼ੁਰੂ ਕਰਾਇਆ, ਵਿਦ ਟਾਰਗੇਟ ਵਿਦ ਗੋਲ, ਕਿ ਕਿਵੇਂ ਸੱਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੇ ਪਲ, ਕਿਵੇਂ ਮੈਂ ਸੱਚਿਆਰ ਕਿਵੇਂ ਬਣਾ। ਮਜ਼ੇ ਦੀ ਗੱਲ ਹੈ ਕਿ ਹਾਲੇ ਤੱਕ ਦੇਖੋ ਇਹ 16ਵੀਂ ਪੌੜੀ ਅਸੀਂ ਕਰਨੀ ਹੈ, ਤੇ ਇਸ ਤਰ੍ਹਾਂ ਪਰੋਤੇ ਹੋਏ ਨੇ ਸਾਰੇ ਮੋਤੀ ਇੱਕ ਧਾਗੇ ਦੇ ਨਾਲ, ਕਿ ਇਹ ਹੁਣ ਸਮਝ ਆਉਂਦੀ ਵੀ ਕਮਾਲ ਹੋ ਗਈ, ਅਸੀਂ ਸਾਰੀ ਉਮਰ ਪੜ੍ਹਦੇ ਹੀ ਰਹਿ ਗਏ। ਮੈਂ ਆਪਣੀ ਗੱਲ ਕਰ ਰਿਹਾ, ਮਾਫ ਕਰਨਾ, ਮੈਂ ਕਿਸੇ ਨੂੰ offend ਨਹੀਂ ਕਰ ਰਿਹਾ। ਪੰਚ ਨੂੰ ਜੇ ਅਸੀਂ ਥੋੜਾ ਜਿਹਾ ਪਿੱਛੇ ਚੱਲੀਏ ਤੇ ਸੁਣਿਆ, ਜਿਨ੍ਹਾਂ ਨੇ ਸੁਣ ਲਿਆ, ਮੰਨਿਆ, ਫਿਰ ਉਹਨੂੰ ਅੰਡਰਸਟੈਂਡ ਕੀਤਾ, ਫਿਰ ਮੰਨਿਆ, ਫਿਰ ਉਹਨੂੰ ਇੰਪਲੀਕੇਟ ਕੀਤਾ ਵਿਦ ਜਿਹੜੀ ਫੀਲਿੰਗ ਹੈ ਪ੍ਰਤੀਤ। ਪੰਚ ਹੈ ਕੌਣ? ਉਹ ਫਿਰ ਜਿਹਨੇ ਮੰਨ ਲਿਆ, ਜਿਹੜਾ ਮੰਨਿਆ ਹੋਇਆ ਸੀ। ਅਸੀਂ ਸਾਰਾ ਉਹ ਪੜ੍ਹ ਕੇ ਆਏ, 4 ਪੌੜੀਆਂ ਸੁਣਿਆ ਦੀਆਂ ਪੜ੍ਹੀਆਂ, 4 ਪੌੜੀਆਂ ਅਸੀਂ ਮੰਨੇ ਦੀਆਂ ਪੜ੍ਹੀਆਂ। ਹੁਣ ਅੱਗੇ 4 ਪੌੜੀਆਂ ਇੱਕੋ ਹੀ ਜਿਹੜਾ ਥੀਮ ਪਈ ਲਾਸਟ ਦੇ ਵਿੱਚ, ਕੁਦਰਤ ਕਵਣ ਕਹਾਂ ਵਿਚਾਰ, ਕਹਾ ਨਹੀਂ ਹੈ, ਕੁਦਰਤ ਕਵਣ ਕਹਾਂ ਵਿਚਾਰ, ਮੈਂ ਕਵਾਂ ਤੇ ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਿਹੜੇ ਗੋਸ਼ੇ ਵਿੱਚੋਂ ਮਾਲਕ ਜੀ ਨੇ ਕੱਢੀ, ਤੇ ਅਸੀਂ ਕਿਹੜੇ ਗੋਸ਼ੇ ਵਿੱਚੋਂ ਇਹਨੂੰ ਧਿਆਉਂਦੇ ਆ, ਇਹਨੂੰ ਯਾਦ ਕਰਦੇ ਆ, ਇਹਨੂੰ ਪੜ੍ਹਦੇ ਆ। ਅਸੀਂ ਕੰਪੇਅਰ ਵੀ ਕਰਨਾ ਨਾਲ। ਪਰ ਅੱਛਾ, ਫਿਰ ਮਜ਼ੇ ਦੀ ਗੱਲ ਦੇਖੋ, ਸਾਡੇ ਪੜਾਅ ਹੈਗੇ ਨੇ, ਜੇ ਪਿੱਛੇ ਮੁੜ ਕੇ ਦੇਖੀਏ ਨਾ, I was amazed। ਸਭ ਤੋਂ ਪਹਿਲੇ ਸ਼ੁਰੂਆਤ ਦੇ ਵਿੱਚ ਹੀ ਗੁਰੂ ਸਾਹਿਬ ਨੇ ਕਿਹਾ ਕਿ ਕਿਵੇਂ ਸੱਚਿਆਰਾ ਹੋਈਏ, ਕਿਵੇਂ ਮੈਂ ਸੱਚਿਆਰ ਬਣਾ। ਮਸਲਾ ਰੱਖ ਦਿੱਤਾ ਤੇ ਇੰਸਟੈਂਟੇਨੀਅਸਲੀ ਜਵਾਬ ਵੀ ਦੇ ਦਿੱਤਾ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਉਹ ਹੁਕਮ ਜਿਹੜਾ ਤੇਰੇ ਨਾਲ ਲਿਖੇ। ਕਈ ਮੇਰੇ ਸਵਾਲ ਉੱਠੇ, ਉਹਨੂੰ
ਮੈਂ ਨਾਲ ਲੈ ਕੇ ਤੁਰਦਾ ਹੋਇਆ ਇੱਥੇ ਤੱਕ ਆ ਗਿਆ। ਫਿਰ ਜਦੋਂ ਵਿਚਕਾਰ ਆਇਆ, ਮਜ਼ੇ ਦੀ ਗੱਲ, ਤੇ ਫਿਰ ਆਇਆ ਇੱਕ ਸੌਰੀ ਮੈਂ ਨੋਟ ਕੀਤਾ ਸੀ, ਹਾਂ, ਕਿਵੇਂ ਸਚਿਆਰਾ ਹੋਈ ਹੈ। ਫਿਰ ਕਹਿੰਦੇ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਉੱਥੇ ਵੀ ਮੇਰਾ ਮੱਥਾ ਨਹੀਂ ਠਣਕਿਆ। ਉਹ ਹੈ ਨਾ, ਗਾਵੇ ਕੋ ਸ਼ਾਇਦ ਸਾਚਾ ਸਾਹਿਬ ਸਾਚ ਨਾ ਭਾਖਿਆ ਭਾਉ ਪਾਰ ਆਖੇ ਮੰਗੈ ਦੇ ਦੇ ਦਾਤ। ਫਿਰ ਕੇ ਅੱਗੇ ਰੱਖੀਏ ਜਿਤ ਸਰਵਾ ਮੋਹ ਕੇ ਬੋਲਣ ਬੋਲੀਏ ਜਿ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇਗਾ। ਨਾਨਕ ਐਵੇਂ ਜਾਣੀ ਹੈ। ਥੋੜੀ ਜਿਹੀ ਉੱਥੇ ਫੇਰ ਹਿੰਟ ਦਿੱਤਾ, ਮੈਂ ਫੇਰ ਅਵੇਸਲਾ ਹੋ ਗਿਆ। ਹੁਣ ਫੇਰ ਕਹਿੰਦੇ ਨੇ ਜੇ ਕੋ ਬੁਝੈ ਆਏਗਾ ਅੱਗੇ। ਅੱਜ ਫੇਰ ਹਾਲੇ ਅੱਗੇ ਪਤਾ ਨਹੀਂ ਹੋਰ ਵਾਰੀ ਵੀ ਆਊਗਾ ਕਿ ਨਹੀਂ, ਮੈਨੂੰ ਨਹੀਂ ਪਤਾ। ਪਰ ਮੈਂ ਦੇਖਦਾ ਕਿ ਕਿਸ ਤਰ੍ਹਾਂ ਇੱਕ ਸੂਤ ਦੇ ਹੁਣ ਗੁਰੂ ਵਿਚਾਰਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਗਲਤੀ ਤੇ ਮੇਰੀ ਹੈ ਨਾ, ਮੈਂ ਉਹਨੂੰ ਕੰਪਰੀਹੈਂਡ ਨਹੀਂ ਕੀਤਾ। ਗੁਰੂ ਦੀ ਕਿੱਥੇ ਗਲਤੀ ਹੈ? ਗੁਰੂ ਨੇ ਤੇ ਥਾਂ ਥਾਂ ਤੇ ਦੱਸਿਆ ਵੀ ਤੈਨੂੰ ਐਡੀ ਬਾਣੀ ਐਡਾ ਲੰਬਾ ਜੇ ਤੈਨੂੰ ਨਹੀਂ ਆਉਂਦੀ ਪੜ੍ਹਨੀ ਜਾਂ ਤੇਰੇ ਕੋਲ ਟਾਈਮ ਨਹੀਂ ਹੈਗਾ ਨਾ ਸਹੀ, ਤੂੰ ਕਿਵੇਂ ਸਚਿਆਰਾ ਹੀ ਪੜ੍ਹ ਲੈ ਕੇ ਕਿਵੇਂ ਸਚਿਆਰਾ ਹੋਈ। ਤੂੰ ਇਹ ਪੜ੍ਹ ਲੈ ਨਾਨਕ ਐਵੇਂ ਜਾਣੀ ਸਭ। ਕਿਧਰੇ ਤੇ ਆ ਕੇ ਸਮਝ, ਰੁਕ ਤੇ ਸਹੀ ਆਪਣੇ ਜੀਵਨ ਫਲੋ ਦੇ ਵਿੱਚ ਕਿ ਭਾਈ ਅਸਲੀਅਤ ਇਹ ਨਹੀਂ, ਇਹ this should be my purpose of life. Introspection, retrospection. So ਏਦਾਂ ਅੱਜ ਦੀ ਜਿਹੜੀ ਪੌੜੀ ਹੈ, ਪਾਤਸ਼ਾਹ ਕਹਿੰਦੇ ਨੇ ਜਿੰਨੇ ਸੁਣ ਲਿਆ ਮੰਨ ਲਿਆ ਉਹ ਪੰਚ popped up ਬੰਦਾ, ਉਹ ਬੰਦਾ ਜਿਹਦਾ ਸੁਣ ਕੇ ਮੰਨੇ ਹੋਏ ਹੋਣ ਕਰਕੇ ਮੰਨ ਕੇ ਪ੍ਰਤੀਤੀ ਦੇ ਨਾਲ ਧਿਆਨ ਜਿਹੜਾ ਨਾ ਉਹ ਫੋਕਸਡ ਹੈ, ਉਹ ਪੰਜ। ਫਿਰ ਪਾਤਸ਼ਾਹ ਕਹਿੰਦੇ ਨੇ ਪੰਚ ਪਰਵਾਨ, accepted ones। ਹੁਣ ਕਿੱਥੇ ਐਕਸੈਪਟਡ? ਜਿਹੜਾ ਰੱਬ ਜੀ ਕੋਲ ਐਕਸੈਪਟਡ ਹੈ ਨਾ, ਉਹ ਦੁਨੀਆ 'ਚ ਵੀ ਐਕਸੈਪਟਡ ਹੈ। ਪਰ ਜਿਹੜਾ ਦੁਨੀਆ 'ਚ ਐਕਸੈਪਟਡ ਹੈ ਜ਼ਰੂਰੀ ਨਹੀਂ ਹੈ ਕਿ ਉਹ ਰੱਬ ਜੀ ਦੇ ਵਿੱਚ, ਰੱਬ ਜੀ ਦੀ ਦਰਗਾਹ 'ਚ ਐਕਸੈਪਟਡ ਹੋਵੇ। ਸੋ ਪੰਜ ਪ੍ਰਧਾਨ ਉਹ ਆਲੇ ਦੁਆਲੇ ਦੇ ਵਿੱਚ ਵੀ ਪ੍ਰਧਾਨਗੀ ਭਾਵ ਡੋਮੀਨੈਂਟ ਹੁੰਦੇ ਨੇ, ਲੀਡਰ ਬਣ ਜਾਂਦੇ ਨੇ, ਵੱਡੇ ਬਣ ਜਾਂਦੇ ਨੇ। ਜਿਹੜਾ ਉੱਥੇ ਵੱਡਾ ਏ ਉਹ ਉੱਥੇ ਇਸ ਦੁਨੀਆ 'ਚ ਵੱਡਾ ਡੈਫੀਨੇਟ ਹੈ। ਪਿੰਡਾਂ ਦੇ ਵਿੱਚ ਇਸ ਦਾ ਜਿਹੜਾ ਤਰਜਮਾ ਹੈ, ਇਸ ਤਰਜ਼ ਤੇ ਉਹ ਸਪਿਰਿਚੁਅਲਿਟੀ ਨਹੀਂ ਸੀ ਉੱਥੇ, ਪਰ ਕਈਆਂ 'ਚ ਸਪਿਰਿਚੁਅਲਿਟੀ ਸੀਗੀ। ਸਰਪੰਚ ਨੂੰ ਲੋਕ ਪੰਜੀ ਪਰਮੇਸ਼ਰ ਮੰਨਦੇ ਸਨ ਕਿ ਪੰਚ ਨੇ ਇਹ ਪਰਮੇਸ਼ਰ ਰੂਪ ਨੇ, ਜੋ ਇਹ ਕਹਿਣਗੇ ਸਾਨੂੰ ਮਨਜ਼ੂਰ ਹੈ, ਏਦਾਂ ਦੀ ਗੱਲ ਹੁੰਦੀ ਸੀ। ਯਾਨੀ ਕਿ ਉਹ ਸੁਸਾਇਟੀ ਦੇ ਵਿੱਚ ਵੀ ਪੌਪਡ ਅਪ ਸਨ। ਪਰ ਇੱਥੇ ਜਿਹੜੀ ਗੱਲ ਕਰ ਰਹੇ ਹਾਂ ਆਪਾਂ, ਉਹ ਸਚਿਆਰ ਬਣਨ ਦੇ ਰਸਤੇ ਦੇ ਵਿੱਚ ਜਿੰਨੇ ਸੁਣ ਲਿਆ ਮੰਨ ਲਿਆ ਉਹ ਮਾਨੋ ਪੰਚ ਹੈ। ਅੱਗੇ ਜਾ ਕੇ ਵੀ ਆਏਗਾ, ਤਿੱਥੈ ਸੋਹਣ ਪੰਚ ਪ੍ਰਵਾਨ, ਨਾਨਕ ਗਿਆ ਜਾਪੇ ਜਾਏ, ਉਹ ਵਾਲਾ। ਫਿਰ ਕਹਿੰਦੇ ਪੰਚੇ ਪਾਵੇਂ, ਸੌਰੀ ਮੈਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ, ਹੁਣ ਮੈਨੂੰ ਧਿਆਨ ਨਹੀਂ ਸੀ ਅਰਕੇਵਲ ਜੀ, ਮੈਂ ਹਾਹੇ ਨੂੰ ਮੁਕਤਾ ਸਮਝਦਾ ਸੀ, ਇੱਥੇ ਹਾਹਾ ਸਿਹਾਰੀ ਬੋਲੇਗੀ। ਇਸੇ ਕਰਕੇ ਵੈਸੇ
ਵੈਸੇ ਚਾਹੀਦਾ ਨਹੀਂ ਹੈ ਬੁਲਾਣਾ, ਜਿਹੜਾ ਅਸੂਲ ਹੈ ਉਚਾਰਨ ਦਾ ਉਹ ਦਰਗਾਹ ਹੀ ਹੈ, ਪਰ ਜੇ ਤੁਸੀਂ ਬੁਲਾ ਦਿਓਗੇ ਤੇ ਦਿੱਕਤ ਨਹੀਂ ਹੈ। ਮੈਂ ਹੁਣ ਦੇਖ ਕੇ ਪੜ੍ਹ ਰਿਹਾ, ਮੈਂ ਇਹਨੂੰ ਦਰਗਾਹ ਹੀ ਪੜਾਂਗਾ। ਹਾਂਜੀ, ਸੋ ਪੰਚੇ ਪਾਵੇਂ ਦਰਗਾਹ ਮਾਨ, ਦਰਗਾਹ ਦੇ ਵਿੱਚ ਉਹ ਇਸ ਕਰਕੇ ਕਿ ਜਿਹੜੇ ਵਿਦਵਾਨਾਂ ਦੇ ਕਈ ਵਿਚਾਰ ਨੇ, ਮਤਭੇਦ ਨੇ ਵੀ ਇੱਕ ਜਿਹੜੀ ਮੈਂ ਜਿਹਨੂੰ ਫੋਲੋ ਕਰਦਾ ਉਹ ਕਹਿੰਦੇ ਨੇ ਵੀ ਜਿਹੜੀ ਮੈਂ ਜਿਹਨੂੰ ਕੋਈ ਵਿਦਵਾਨ ਦਾ ਨਾਮ ਨਹੀਂ, ਜਿਹੜੇ ਥਾਟ ਨੂੰ ਮੈਂ ਚੱਲਦਾ, ਉਹ ਕਹਿੰਦੇ ਨੇ ਵੀ ਜਿਹੜੀ ਉਸ ਰੈਲੇਵੈਂਟ ਭਾਸ਼ਾ ਦੇ ਵਿੱਚ ਉਚਾਰਨ ਹੈ ਨਾ, ਤੁਸੀਂ ਉਹਨੂੰ ਉਹਦਾ ਉਚਾਰਨ ਦਿਓ। ਸੋ ਦਰਗਾਹ ਨਹੀਂ ਅਸੀਂ ਬੋਲਦੇ ਉਰਦੂ ਦੇ ਵਿੱਚ ਜਾਂ ਫਾਰਸੀ ਦੇ ਵਿੱਚ, ਅਸੀਂ ਦਰਗਾਹ ਬੋਲਦੇ ਹਾਂ, ਸਪੈਲਿੰਗ ਕੋਈ ਵੀ ਹੋ। ਪੰਚੇ ਭਾਵੇਂ ਦਰਗਾਹ ਮਾਨ, ਹੁਣ ਦਰਗਾਹ ਕਿਹੜੀ ਹੈ, ਮੈਂ ਸਵਾਲ ਪਾ ਰਿਹਾ ਜੀ, ਪਲੀਜ਼ ਸ਼ੇਅਰ ਕਰੋ। ਸੱਚੇ ਪਾਤਸ਼ਾਹ ਦਾ ਕੋਟ, ਉਹਨਾਂ ਦਾ ਦਰਬਾਰ ਉੱਤੇ ਹੋਇਆ, ਕਿਹੜਾ ਕਿੱਥੇ ਹੈ? ਉਹ ਤੇ ਆਪਣੇ ਅੰਦਰ ਹੀ ਹੈ, ਅੰਦਰ ਹੈ, ਅੰਦਰ ਹੈ। ਅਸੀਂ ਕਹਿ ਦਿੰਦੇ ਆ ਉੱਥੇ ਨਾ ਸ਼ਰੀਰ ਹੀ ਹੈ ਦਰਗਾਹ। ਫਿਰ ਉੱਥੇ ਹੀ ਧਰਮ ਰਾਜ ਵੀ ਬੈਠਾ ਹੈ, ਤੇ ਅਕਸਰ ਅਸੀਂ ਭੁਲੇਖਾ ਖਾ ਕੇ ਗੱਲ ਕਰਦੇ ਹਾਂ। ਉੱਥੇ ਹੀ ਚਿੱਤਰਗੁਪਤ, ਸਾਰਾ ਦਫ਼ਤਰ ਜਿਹੜਾ ਰੱਬ ਦਾ ਉੱਥੇ ਬੈਠਾ। ਪਰ ਫਿਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਤੇ ਫਿਰ ਅਸੀਂ ਫਸ ਜਾਂਦੇ ਹਾਂ। ਫਿਰ ਜਦੋਂ ਪੜ੍ਹਦੇ ਹਾਂ ਕਰ ਆਸਨ ਡਿਠੋ ਚਾਓ, ਫਿਰ ਅਸੀਂ ਡਰ ਜਾਂਦੇ ਹਾਂ ਵੀ ਇਹ ਕਿੱਥੇ, ਵੀ ਰੱਬ ਕਿਧਰੇ ਹੋਰ ਬੈਠਦਾ ਤੇ ਆਫਿਸ ਉਹਦਾ ਕਿਧਰੇ ਹੋਰ ਹੈ। ਸੋ ਯੈਸ, ਐਗਜ਼ੈਕਟਲੀ ਉਹ ਸਾਡੇ ਉਹ ਥਾਂ ਜਿਹੜਾ ਸਾਡੇ ਅੰਦਰ ਜਿਹਨੂੰ ਅਸੀਂ ਲੋਕੇਟ ਕਰ ਸਕੀਏ ਜਾਂ ਨਾ। ਇੱਕ ਹੋਰ ਵੀ ਉਹਦਾ ਕਰੈਕਟ ਮੀ ਇਫ ਆਈ ਐਮ ਰੋਂਗ, ਕਿ ਕੈਨ ਇਟ ਬੀ ਦੈਟ ਸਟੇਟ ਆਫ ਮਾਈਂਡ ਜਿੱਥੇ ਸੁਰਤ ਸ਼ਬਦ ਦੇ ਨਾਲ ਅਭੇਦ ਹੋ ਜਾਏ, where my awareness gets amalgamated with ਗੁਰਬਾਣੀ। ਉਹ ਦਰਗਾਹ ਨਹੀਂ, ਕਿਉਂਕਿ ਉਹੀ ਤੇ ਉਹਦੀ ਹਜ਼ੂਰੀ ਹੈ ਨਾ ਜੀ। but when we say ਆਪਣੇ ਅੰਦਰ, that's what we mean। ਆਪਣੇ of course ਆਪਣੇ ਅੰਦਰ, ਪਰ ਅਸੀਂ ਹਾਲੇ ਐਗਜ਼ੈਕਟਲੀ ਨੇਲ ਨਹੀਂ ਕੀਤੀ ਨਾ ਗੱਲ। ਜਦੋਂ ਮੈਂ ਆਪਣੇ ਅੰਦਰ ਅਭਿਆਸ ਕਰਕੇ ਸ਼ਬਦ ਤੇ ਸੁਰਤ ਨੂੰ ਮਿਲਾ ਦੇਣਾ, ਮੇਰੀ ਸੁਰਤ, ਮੇਰੀ ਅਵੇਅਰਨੈਸ, ਮੇਰੀ ਪ੍ਰਤੀਤੀ ਦੇ ਨਾਲ ਮੰਨ ਕੇ ਸੁਣ ਕੇ ਗੁਰਬਾਣੀ ਚ ਮੈਂ ਅਭੇਦ ਹੋਣਾ ਚਾਹੁੰਦਾ, ਭਾਵੇਂ ਇੱਕ ਮੋਮੈਂਟ ਦੇ ਲਈ, ਉਹੀ ਮੇਰੇ ਲਈ ਦਰਗਾਹ ਹੈ। ਉਸ ਦਰਗਾਹ ਦੇ ਵਿੱਚ ਇਹ ਪੰਜ ਜਿਹੜੇ ਨੇ ਨਾ, ਇਹ ਸਤਕਾਰੇ ਜਾਂਦੇ ਨੇ, they are welcomed। In other words, it could be that I can fathom that I could be one of them for that moment, ਪਰ it is just for the moment, ਕਿਉਂਕਿ ਉਹਨਾਂ ਦੇ ਲਈ ਕੰਟੀਨਿਊਟੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਪੰਚਾਂ ਲਈ। ਅੱਗੇ ਜਾ ਕੇ ਕਹਿਣਗੇ ਮਾਲਕ, ਪੰਚੇ ਸੋ ਹੈ ਦਰ ਰਾਜਾਨ। ਹੁਣ ਰਾਜਾਨ ਕਿਹੜੇ ਹੋਏ, ਇੱਥੇ ਰਾਜੇ ਕਿਹੜੇ ਹੋਏ? ਕਿੰਗ ਆਫ ਕਿੰਗਸ ਨਹੀਂ, ਇੱਥੇ ਤੇ ਹਾਂ ਇੱਕੋ ਹੀ ਰਾਜੇ ਦੀ ਗੱਲ ਹੋ ਰਹੀ ਹੈ। ਜਿਹੜਾ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਦੂਜਾ ਕੌਣ ਚਾਹੀਏ। ਹਾਂਜੀ ਮਨਜੀਤ ਜੀ। ਹਾਂਜੀ, ਉਹੀ ਮੈਂ ਕਹਿ ਰਹੀ ਸੀ, ਇੱਥੇ ਤੇ ਇੱਕੋ ਹੀ ਰਾਜੇ ਦੀ ਗੱਲ। ਉਹ ਆਈ ਐਮ ਸੌਰੀ ਵੀਰ ਜੀ, ਮੈਂ ਚਾਹੁੰਦਾ ਸੀਗਾ ਵੀ ਆਪਾਂ ਜਿਹੜਾ ਪੰਜ ਸ਼ਬਦ ਆ ਨਾ, ਇਹਨੂੰ ਹੋਰ ਥੋੜਾ ਚਿੱਥੀਏ। ਅੱਛਾ ਜੀ। ਜਿਸ ਤਰ੍ਹਾਂ ਕਿ ਮੈਂ ਥੋੜਾ ਆਪਣੇ ਆਪ ਨਾਲ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਜੇ ਪੰਚਾਂ ਨੂੰ ਆਪਾਂ ਕਹੀਏ ਵੀ ਜਿਸ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਮੇਰੇ ਅਵਗੁਣ ਆ, ਇਸ ਤਰ੍ਹਾਂ ਜਿਹੜੇ ਮੇਰੇ ਗੁਣ ਆ, ਦਇਆ, ਧਰਮ, ਤੇ ਇਹਦੇ ਨਾਲ ਹੋਰ ਕਿਹੜੇ ਕਿਹੜੇ ਆ ਸਕਦੇ ਆ,
ਜਾਤ ਸਾਤ ਸੰਤੋਖ, ਇਹ 5 ਆ ਸਕਦੇ। ਜਿਹੜੇ ਬੰਦੇ ਵਿੱਚ ਇਹ 5 ਆ ਜਾਣ ਉਹ ਵੀ 5 ਗਿਣਿਆ ਜਾਏਗਾ। 5 ਤਾਂ ਲਾਜ਼ਮੀ ਹੈ ਵੀ 5 ਜਿਹੜਾ ਹੈਗਾ ਵੀ ਕਿਸੇ ਚੰਗੇ ਗੁਣਾਂ ਵਾਲੇ ਵਾਸਤੇ ਆਏਗਾ, ਜਿਹੜਾ ਉੱਤਮ ਵਿਚਾਰ ਆਪਣੇ ਮਨ ਚ ਲਿਆਏਗਾ। ਹਾਂਜੀ, ਜਾਂ ਜਿਹੜੇ 5 ਵਿਕਾਰਾਂ ਨੂੰ ਕਾਬੂ ਪਾ ਲੈਂਦਾ ਹੈ। ਉਹ ਕਾਫੀ ਕੁਛ ਫਿਰ ਅਗੇਨ ਜਿੰਨੇ 5 ਵਿਕਾਰਾਂ ਨੂੰ ਕਾਬੂ ਪਾਇਆ। ਅਸੀਂ ਤੂੰ ਕਹਿ ਲੈ ਬਹੁਤ ਲੰਬੇਰਾ ਸਬਜੈਕਟ ਹੈ ਨਾ, ਅਸੀਂ ਇੱਥੇ ਮਤਲਬ ਅਟਕਣਾ ਨਹੀਂ ਸੀ ਚਾਹੁੰਦੇ। ਜਿੰਨੇ ਕਾਬੂ ਪਾਇਆ, ਹੁਣ ਆਪਾਂ ਜੇ ਪੁੱਛੇ ਚੱਲੀਏ, ਜਿੰਨੇ 5 ਨੂੰ ਕਾਬੂ ਪਾਇਆ ਉਹਨੇ ਬਾਣੀ ਨੂੰ ਮੰਨ ਲਿਆ ਸੀ? ਉਹ ਮੰਨਿਆ ਹੋਇਆ ਸੀ ਕਿ ਨਹੀਂ? ਪਿੱਛੇ ਚੱਲੀਏ। ਜੀ ਜਿੰਨੇ ਮੰਨਿਆ ਹੋਇਆ ਸੀ ਉਹਨੇ ਸੁਣਿਆ ਸੀ ਕਿ ਨਹੀਂ? Yes. ਉਹਨੂੰ ਪ੍ਰਤੀਤੀ ਸੀ ਕਿ ਨਹੀਂ? Yes. ਸੋ ਅਸੀਂ ਉਹੀ ਗੱਲ ਕਰ ਰਹੇ ਹਾਂ ਜਿਹੜੀ ਸਾਨੂੰ ਜਪਜੀ ਵਿੱਚੋਂ ਪ੍ਰੀਡੋਮੀਨੈਂਟਲੀ ਲੱਭਦੀ ਪਈ ਆ। ਹਾਂ, ਆਫ ਕੋਰਸ ਅਸੀਂ ਜੇ ਤੇ ਡਿਵੈਲਪ ਔਨ ਕਰੀਏ ਤੇ ਵੀ ਕੈਨ ਆਲਵੇਜ਼ ਐਕਸਟੈਂਡ ਇਟ, ਇਲਸਟ੍ਰੇਟ ਇਟ। ਪੰਜ ਹੈ ਕਿੱਥੇ ਕਿੱਥੇ ਨੇ ਬਾਣੀ ਦੇ ਵਿੱਚ? ਪੰਜ ਕਿਹਾ ਕਿਹਨੂੰ ਕਿਹਾ ਹੈ? ਹੁਣ ਜਿਹਨੇ 5 ਵਿਕਾਰ ਨੇ, ਕੀ ਉਹ ਵੀ 5 ਹੋਣਗੇ? ਜਿਹੜਾ 5 ਵਿਕਾਰੀ ਹੈ, ਨਹੀਂ, ਉਹ 5 ਨਹੀਂ ਹੋਏਗਾ, ਨਹੀਂ ਕਿਉਂਕਿ ਉਹ ਪ੍ਰਵਾਨ ਨਹੀਂ ਹੈ। ਯੂ ਨੋ, ਸੋ ਯੈਸ, ਆਫ ਕੋਰਸ ਤੁਸੀਂ ਧਿਆਨ ਲਿਆਏ ਤੇ ਵੀ ਕੈਨ ਆਲਵੇਜ਼ ਹੈਵ ਇਟ ਇਨ ਦਾ ਬੈਕ ਆਫ ਮਾਈਂਡ ਕਿ ਕਿਹੜਾ ਪੰਚ ਦੀ ਗੱਲ ਕਰ ਰਹੇ ਹਾਂ ਅਸੀਂ। ਪੰਚੇ ਸੋ ਹੈ ਦਰ ਰਾਜਾਨ, ਜਿਹੜੇ ਕਿ ਔਰ ਉਹ ਪੰਚ ਮਤਲਬ ਉਹਨਾਂ ਦੀ ਖਾਸੀਅਤ ਹੀ ਚੱਲ ਰਹੀ ਹੈ ਕਿ ਉਹ ਗੁਰ ਏਕ ਧਿਆਨ। ਗੁਰ ਏਕ ਧਿਆਨ ਕਿਵੇਂ ਹੋਏਗਾ ਮੇਰਾ? ਜਦੋਂ ਮੈਂ ਵਨਨੈਸ ਦੇ ਵਿੱਚ ਆ ਜਾਵਾਂਗਾ। ਜਿਹੜੀ ਆਪਾਂ ਸਾਰੀ ਗੱਲ ਇੱਕੋ ਹੀ ਚੱਲ ਰਹੀ ਹੈ। ਵਨਨੈਸ ਦੇ ਵਿੱਚ ਆ ਕੇ ਮੈਂ ਇੱਕ ਦੇ ਵਿੱਚ, ਨਾ ਮੇਰੇ ਕੋਲ ਆਈਨੈਸ ਹੈ, ਨਾ ਮੇਰੇ ਕੋਲ ਅਦਰਨੈਸ ਹੈ। ਇਸ ਕਰਕੇ ਮੇਰਾ ਧਿਆਨ ਜਿਹੜਾ ਹੈ ਪ੍ਰਤੀਤੀ ਦੇ ਨਾਲ, ਆਪਾਂ ਗੱਲ ਕਰਕੇ ਆਏ ਹੋਏ ਹਾਂ ਪ੍ਰਤੀਤ ਦੀ, ਅਲੋਂਗ ਵਿਦ ਦਾ ਪ੍ਰਤੀਤ, ਮਹਿਸੂਸੀਅਤ ਦੇ ਨਾਲ, ਭਰੋਸੇ ਦੇ ਨਾਲ, ਫੇਥ ਦੇ ਨਾਲ ਮੈਂ ਉੱਥੇ ਪੰਚਾਂ ਕਾ ਗੁਰ ਏਕ ਧਿਆਨ। ਉਹ ਲੋਕ ਉਹ ਨੇ। ਐਂਡ ਅਗੇਨ ਅਸੀਂ ਇਹ ਨਾ ਕਿਧਰੇ ਸਮਝ ਲਈਏ ਕਿ ਉਹ ਸਾਡੇ ਤੋਂ ਵੱਖਰੇ ਨੇ ਕੋਈ। ਅਸੀਂ ਇਹ ਦੇਖੀਏ ਕਿ ਸਾਡੇ ਲਈ ਇਹ ਉਤਸ਼ਾਹ ਵਾਲੀ ਗੱਲ ਹੈ ਕਿ ਮੈਂ ਵੀ ਹੋ ਸਕਦਾ, ਕਿਉਂਕਿ ਸਚਿਆਰ ਮੈਂ ਵੀ ਬਣਨਾ ਬਈ। ਉਹਨਾਂ ਦਾ ਉਹੀ ਤੇ ਨਹੀਂ ਇਕੱਲਾ ਸਚਿਆਰ ਬਣਨਾ ਨਾ, ਗੁਰੂ ਸਾਹਿਬ ਨੇ ਮੈਨੂੰ ਵੀ ਸਚਿਆਰ ਬਣਨ ਲਈ ਕਿਹਾ। ਮੇਰੇ ਲਈ ਇਮੀਡੀਏਟ ਗੋਲ ਹੈਗਾ ਕਿ ਤੂੰ ਇਹ ਬਣ ਜਾ, ਪਹਿਲੇ ਇਹ ਮਾਈਲਸਟੋਨ ਤੈਅ ਕਰ ਲੈ। You would be somewhere. Further, you go few steps, you would be somewhere. That's how you would achieve wholesome oneness. So, पंचे सो हैं दार राजान, क्योंकि पंचा का गुर एक ध्यान। क्यों? कि उन्हां दा सिर्फ ध्यान ही गुरु है, फोकस्ड। गुरु गुरु गुर कर मन मोर, गुरु बिना मैं नाही हो। गुर मेरी पूजा गुर गोबिंद। सारा फिर वो कहते ने कि पूरे गुर का सुन उपदेश, पार ब्रह्म निकट कर पे। सारा कुछ एक गुरु वाल जिसले इक्का बाणी एक गुर हो गया, उन्हां दी सोच भी एक हो जाएगी, इक्को शब्द विचार। उदों उन्हां दी अवस्था जिहड़ी है वो फोकस्ड है। जे को कहे हुंदा की है, साडी आम दुनिया च असीं देखदे हां, असीं किसे नूं गुरुद्वारे च मिले, ਇਹ ਜੀ ਨਵੇਂ ਅੱਜ ਪ੍ਰਚਾਰਕ ਆਏ ਨੇ, ਕੀਰਤਨੀ ਆਏ ਨੇ, ਕਥਾਵਾਚਕ ਆਏ ਨੇ, ਅਸੀਂ ਉਹਨਾਂ ਨੂੰ ਸੁਣਿਆ, ਬੜਾ ਚੰਗਾ ਲੱਗਾ। ਸਾਨੂੰ ਇਹ ਭੁਲੇਖਾ ਪੈ ਜਾਂਦਾ ਇਹਨਾਂ ਨੂੰ ਬੜੀ ਨੌਲੇਜ ਹੈ। ਬੈਕ ਆਫ ਦੀ ਮਾਈਂਡ ਹੁੰਦਾ ਇਹਨਾਂ ਨੇ ਖਰੇ ਰੱਬ ਨੂੰ ਜੇਬ ਚ ਪਾਇਆ। ਅਸੀਂ ਫਟ ਰੈਟ ਰੇਸ ਚ ਕਰਦੇ ਹਾਂ, ਸਾਡੇ ਘਰ ਚਰਨ ਪਾਓ ਜੀ, ਭਾਵੇਂ ਰੋਟੀਆਂ ਕਾਰਨ ਪੂਰੇ ਤਾਲ ਹੀ ਹੋਵੇ, ਸਾਨੂੰ ਕੀ ਪਤਾ।
ਅਸੀਂ ਕੋਈ ਨਾ ਕੋਈ ਸ਼ਾਰਟਕਟ ਲੱਭਦੇ ਹਾਂ ਦੁਨਿਆਵੀ ਅਲਪੱਗ ਜੀਵ, ਅਸੀਂ ਉਹਨਾਂ ਨੂੰ ਘਰ ਸੱਦ ਲੈਂਦੇ ਹਾਂ ਇਸ ਉਮੀਦ ਦੇ ਨਾਲ ਕਿ ਇਹਨਾਂ ਨੂੰ ਰੱਬ ਦਾ ਸਾਰਾ ਹੀ ਪਤਾ ਹੈ। ਫਿਰ ਅਸੀਂ ਉਹਨਾਂ ਨੂੰ ਸਵਾਲ ਪਾਉਂਦੇ, ਇਹ ਮਨ ਕਿਵੇਂ ਦੌੜਦਾ ਹੈ ਜੀ, ਇਹ ਚੰਚਲ ਕਿਉਂ ਹੈ ਜੀ, ਇਹ ਹੱਥ ਕਿਉਂ ਨਹੀਂ ਆਉਂਦਾ ਜੀ, ਇਹ ਵੋ ਇਹ ਬੱਚੇ ਕਿਉਂ ਨਹੀਂ ਕਾਬੂ ਆਉਂਦੇ। ਅਸੀਂ ਦੁਨੀਆ ਭਰ ਦੇ ਉਹਨਾਂ ਨੂੰ ਸਵਾਲ ਪਾ ਦਿੰਦੇ ਹਾਂ, ਭਾਵੇਂ ਅਸੀਂ ਲੱਖ ਦਰਜੇ ਪੜ੍ਹੇ ਲਿਖੇ ਹੋਈਏ ਤੇ ਉਹ ਜਮਾ ਸ਼ਾਹੀ ਅਨਪੜ੍ਹ ਹੋਣ, ਪਰ ਸਾਨੂੰ ਇਹ ਭੁਲੇਖਾ ਪੈ ਜਾਂਦਾ ਵੀ ਇਹਨਾਂ ਨੂੰ ਬੜੀ ਇਹ ਅਕਸਰ ਸਾਡੀ ਮਨੁੱਖੀ ਸਾਈਕੀ ਹੈ ਜਗਿਆਸੂ ਦੀ। ਹੁਣ ਪਾਤਸ਼ਾਹ ਇਹ ਕਹਿੰਦੇ ਪਏ ਨੇ ਇੱਥੇ, ਹੁਣ ਉਹੀ ਗੱਲ ਸਮਝਾਉਂਦੇ ਨੇ, ਜਿਹੜਾ ਉਹ ਚੂਹਾ ਉਹਨੂੰ ਹਲਦੀ ਦੀ ਗੰਢ ਲੱਭ ਜਾਂਦੀ ਏ, ਉਹ ਪੰਸਾਰੀ ਬਣ ਜਾਂਦਾ ਮੇਰੇ ਵਰਗਾ, ਕਹਿੰਦਾ ਆਓ ਬਈ ਲਾਈਨ ਲਗਾ ਕੇ ਆਓ, ਮੈਂ ਸਾਰਿਆਂ ਨੂੰ ਹਲਦੀ ਵੰਡ ਦਿਆਂਗਾ, ਹੈਗੀ ਗੰਢ ਹੈ ਇੱਕ ਉਹਦੇ ਕੋਲ। ਪਾਤਸ਼ਾਹ ਕਹਿੰਦੇ ਨੇ ਇੱਥੇ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੇ ਵਿਚਾਰ। ਖਿਆਲ ਰਹੇ ਉਹ ਵਨਨੈਸ ਦੇ ਵਿੱਚ ਹੈਗੇ ਨੇ, ਉਹ ਉਹਦੇ ਨਾਲ ਅਮਲਗਾਮੇਟ ਹੋਏ ਦੇ ਨੇ, ਪਰ ਉਹਨੂੰ ਬਿਆਨ ਨਹੀਂ ਕਰ। ਕਿਉਂ? ਕੁਦਰਤ ਕਵਣ ਕਹਾਂ ਵਿਚਾਰ। ਖਿਆਲ ਰਹੀਏ ਉਹ ਪ੍ਰਿੰਥਸਿਸ ਦੇ ਬਾਹਰ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਉਹਨਾਂ ਦੀ ਕੀ ਮੇਰੀ ਕੀ ਪਾਇਆ। ਤੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਹੋ ਜਿਹੇ ਵੱਡੀ ਅਹੁਦੇ ਦੇ ਪਹੁੰਚੇ ਹੋਏ ਵੀ ਨੇ, ਐਕਸੈਪਟਡ ਵਨਸ ਨੇ, ਉਹ ਵੀ despite their ability, despite their deeds, despite their status present, that they are with the Vaheguru Ji, amalgamated Vaheguru Ji, they still don't have the capability ਕਿ ਮਤੇ ਕਿਧਰੇ ਉਹ ਸਮਝਣ ਕਿ ਅਸੀਂ ਰੱਬ ਨੂੰ ਬਿਆਨ ਕਰ ਦਿਆਂਗੇ। ਖਿਆਲ ਰਹੇ ਕਿ ਬਾਣੀ ਸਾਰੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ, ਸਮਝਾਇਆ ਗਿਆ ਕਿ ਪਾਤਸ਼ਾਹ ਸੁਣ ਵੱਡਾ ਆਖੈ ਸਭ ਕੋਇ, ਮੈਂ ਆਖਾਂ ਜੀਵਾਂ ਵਿਸਰੈ ਆਖਣ ਔਖਾ ਸਾਚਾ ਨਾ। ਭਰਿਆ ਪਿਆ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਤੁਸੀਂ ਬਹੁਤ ਉੱਚੇ ਹੋ ਮਾਲਕੋ, ਮੈਂ ਬਹੁਤ ਕੀੜੀਆਂ, ਮੈਂ ਕਿੱਦਾਂ ਤੁਹਾਡਾ ਅੰਦਾਜ਼ਾ, ਤੁਹਾਡਾ ਇਲਸਟ੍ਰੇਸ਼ਨ, ਤੁਹਾਡੀ ਬਿਆਨੀ ਲਫ਼ਜ਼ ਬਿਆਨੀ ਕਰ ਸਕਦਾ ਜਿਸ ਤਰ੍ਹਾਂ ਮੈਂ ਨਹੀਂ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਉੱਥੇ, ਕਹਿੰਦੇ ਜੇ ਕੋ ਕਹੈ ਕਿਧਰੇ, ਡੋਂਟ ਗੈਟ ਸਵੇਡ ਅਵੇ ਕਿ ਇਹ ਪੰਜ ਹੈਗੇ ਨੇ, ਚਲੋ ਜੀ ਇਹਨਾਂ ਦੀ ਮੁੱਠੀ ਚਾਪੀ ਕਰ ਲਓ। ਉਹ ਜਾਣਦੇ ਨੇ ਨਾ ਸਾਨੂੰ ਵੀ ਕੋਈ ਵੀ ਮਾੜਾ ਜਿਹਾ ਰੱਬ ਦੇ ਨਾਮ ਵਾਲਾ ਮਿਲਿਆ, ਉਹਨੂੰ ਚੱਕ ਕੇ ਘਰ ਲੈ ਆਓ, ਉਹਦੀ ਸੇਵਾ ਪੁੱਛਾ, ਤੇ ਮੁੜ ਕੇ ਫਿਰ ਕਹਿੰਦੇ ਆ ਲੈ ਇਹ ਤੇ ਉਹੀ ਹੋਇਆ, ਮੈਂ ਜਾਣਿਆ ਵੱਡ ਹੰਸ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬਪੜਾ ਜਨਮ ਨਾ ਦੇਂਦੀਆਂ। ਫਿਰ ਆ ਗਏ ਅਸੀਂ ਉੱਥੇ ਡਿੱਗ ਜਾਂਦੇ ਜੀ, ਮੈਨੂੰ ਕੀ ਪਤਾ ਸੀਗਾ, ਮੈਨੂੰ ਤੇ ਏਦਾਂ ਭੁਲੇਖਾ ਲੱਗ ਗਿਆ। ਅਸੀਂ ਹਮੇਸ਼ਾ ਇਹ ਮਨੁੱਖੀ ਸਾਈਕੀ। ਪਾਤਸ਼ਾਹ ਕਹਿੰਦੇ ਨੇ ਉਹ ਪੰਚ ਨੇ ਆਫ ਕੋਰਸ, ਪਰ ਜੇ ਕੋ ਕਹੈ ਕਰੇ ਵਿਚਾਰ। ਖਿਆਲ ਰਹੇ ਭਾਵੇਂ ਇਸ ਗੱਲ ਨੂੰ ਕੋਈ ਬਿਆਨ ਕਰਨਾ ਚਾਹੇ, ਮਾਲਕ ਦੀ ਜਿਹੜੀ ਵਡੱਪਣ ਹੈ, ਉਹਦੀ ਵਿਸ਼ਾਲਤਾ ਹੈ, ਕਰਤੇ ਕਹਿ ਕਰਨਾ ਨਾ ਹੀ ਸ਼ਮਾਨ। ਉਹਨਾਂ ਦੇ ਹੱਥ ਪੱਲੇ ਵੀ ਨਹੀਂ ਜਾਣਾ ਭਾਈ। ਮਤੇ ਕਿਧਰੇ ਇਹ ਸੋਚਿਆ ਜਾਏ ਕਿ ਗੁਰੂ ਦੀ ਸਿੱਖ ਲੈ ਕੇ ਮੈਂ ਵਿਚਾਰ ਕਰ ਸਕਾਂਗਾ, ਗੁਰੂ ਦੀ ਸਿੱਖ ਲੈ ਕੇ ਮੈਂ ਆਪਣਾ ਆਪ ਤੇ ਸੁਧਾਰ ਸਕਦਾ। ਖਿਆਲ ਰਹੇ, ਪਰ ਮੈਂ ਸਿੱਖਿਆ ਲੈ ਕੇ ਦੂਜਿਆਂ ਨੂੰ ਕਿੰਨਾ ਕੁ ਉਤਾਰ ਲਾਂਗਾ, ਇਹ ਪਤਾ ਨਹੀਂ ਮੇਰੇ ਹੱਥ ਵਿੱਚ ਹੈਗਾ ਕਿ ਨਹੀਂ। ਸੈਲਫ ਸੈਂਟਰਡ ਮੈਂ ਹੋ ਸਕਦਾ, ਮੇਰਾ ਸਟੇਟਸ ਵੱਡਾ ਹੋ ਸਕਦਾ ਹੈ, ਬਟ ਸਟਿਲ ਮੇਰਾ ਜਿਹੜਾ ਬੋਧਾ ਹੈ ਉਹ ਮਾਲਕ ਦੇ ਹੱਥ ਵਿੱਚ ਹੈ। ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤਦੇ। ਅੱਛਾ, ਫਿਰ
ਪਾਤਸ਼ਾਹ ਫਿਰ ਪੁੱਛਿਆ ਭਈ ਅੱਛਾ ਤੁਸੀਂ ਤੇ ਰੱਬ ਨੂੰ ਪਾ ਲਿਆ ਤੇ ਹੁਣ ਤੁਸੀਂ ਦੱਸੋ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਤ ਸਮੁੰਦਰ ਮਸ ਕਰੋ, ਕਹਿੰਦੇ ਸਾਰੇ ਸਮੁੰਦਰਾਂ ਦੀ ਸ਼ਾਹੀ ਮੈਂ ਇਕੱਠੀ ਕਰ ਲਾਂ, ਜਿੰਨੇ ਸਮੁੰਦਰ ਨੇ ਨਾ ਉਨੀ ਸ਼ਾਹੀ ਬਣਾ ਲਾਂ, ਜਿੰਨੀ ਵੈਜੀਟੇਸ਼ਨ ਹੈ ਉਹਨਾਂ ਦੀਆਂ ਮੈਂ ਕਲਮਾਂ ਬਣਾ ਲਾਂ, ਕਲਮ ਕਰੋ ਬਨ ਰਾਏ। ਬਸੁਦਾ ਜਿੰਨੀ ਧਰਤੀ ਏ ਉਹਦਾ ਮੈਂ ਕਾਗਜ਼ ਬਣਾ ਲਾਂ। ਇਮੈਜਿਨ ਕਹਿੰਦੇ ਨੇ ਸਾਰੀ ਧਰਤੀ ਦਾ ਕਾਗਜ਼ ਹੋਵੇ, ਸਾਰੀ ਵੈਜੀਟੇਸ਼ਨ ਕਲਮ ਹੋਵੇ, ਸਾਰਾ ਪਾਣੀ ਜਿਹੜਾ ਉਹ ਸ਼ਾਹੀ ਹੋਵੇ, ਹਰ ਜਸ ਲਿਖਣ ਨਾ ਜਾਏ। ਆਈ ਕੈਨ ਨਾਟ। ਇਹੀ ਗੱਲ ਕਿ ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਇਸ ਕਰਕੇ ਕਿ ਉਹਦੀ ਵਿਸ਼ਾਲਤਾ, ਤੂੰ ਬੇਅੰਤ ਉਹ ਵਿਰਲਾ ਜਾਣੇ। ਗੁਰ ਪ੍ਰਸਾਦ ਕੋ ਸ਼ਬਦ ਪਛਾਣ, ਸ਼ਬਦ ਦੀ ਰਾਹੀਂ ਤੈਨੂੰ ਪਛਾਣ ਜਾ ਸਕਦਾ। ਬਸ ਤੇਰੀ ਬੇਅੰਤਤਾ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਰਾ, ਭਰੀ ਪਈ ਬਾਣੀ। ਸੋ ਜਦੋਂ ਅਸੀਂ ਇੱਥੇ ਤੱਕ ਪਹੁੰਚੇ ਪੰਜ ਸਚਿਆਰ ਬਣਨ ਦੇ ਰਸਤੇ 'ਚ, ਤੇ ਪਾਤਸ਼ਾਹ ਕਹਿੰਦੇ ਨੇ ਕਰਤੇ ਕਾ ਕਰਨਾ ਨਾ ਹੈ ਸ਼ੁਮਾਰ। ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਕਿਹਾ ਹਾਲੇ ਤੇ ਮੈਂ ਪੂਰਾ ਹੀ ਨਹੀਂ ਹੋਇਆ। ਲਿਖਿਆ ਪਰ ਹਾਲੇ ਵੀ ਪੂਰਾ ਨਹੀਂ ਹੋਇਆ। ਸਾਲਾ ਹੀ ਸਲਾਹ ਏਤੀ ਸੁਰਤ ਨਾ ਪਾਈ। ਜਿੱਥੇ ਵੀ ਚਲੇ ਜਾਈਏ, ਹਾਂ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇ ਵਸੀਆ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ। ਦਿਲ ਕਰਦਾ ਵੀ ਆਈ ਗੈਟ ਗੂਸ ਬੰਪਸ ਕਿ ਬੜਾ ਪਾਗਲ ਆ ਅਸੀਂ ਜਿਹੜੇ ਉਹਨੂੰ ਕਦੀ ਬਿਆਨ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਕਹੀ ਜਾਂਦੇ ਵੀ ਤੂੰ ਕਿੱਥੇ ਕਰ ਸਕਦਾ ਮਨੁੱਖਾ, ਤੂੰ ਸਚਿਆਰ ਬਣਨਾ ਤੇ ਇਹ ਗੱਲ ਪੜ੍ਹ ਲੈ। ਅਸੀਂ ਹੁਣ ਤਿਆਰੀ ਕਰਕੇ ਆਨੇ ਆ ਨਾ ਇੱਥੇ, ਮੈਂ ਵੀ ਪੜ੍ਹ ਕੇ ਆਨਾ, ਆਪ ਜੀ ਸਾਰੇ ਵੀ ਪੜ੍ਹ ਕੇ ਆਂਦੇ ਹੋ, ਅਸੀਂ ਸਾਰੇ ਸੁਣਦੇ ਵੀ ਹਾਂ ਕਿ ਜੀ ਤੁਸੀਂ ਬੜੀ ਕੜਕ ਕਰਤੀ ਹੈ ਕਲਾਸ, ਸਾਰਾ ਕੁਝ ਹੈ। ਪਰ ਅਸੀਂ ਸੋਚੀਏ ਵੀ ਅਸੀਂ ਕਰਕੇ ਵੀ ਕੁਛ ਨਹੀਂ ਕੀਤਾ ਹੋਇਆ। ਜਦ ਤੱਕ ਸਾਡੇ, ਔਰ ਅਸੀਂ ਤੇ ਕਹਿੰਦੇ ਲਓ ਜੀ ਅਸੀਂ ਤੇ ਨਾਡੂ ਖਾਂ ਬਣ ਕੇ ਆਏ ਹਾਂ, 30 ਮਾਰਖਾਂ। ਤੇ ਜੇ ਕਿਧਰੇ ਸਾਡੇ ਕੋਲੋਂ ਗਲਤੀ ਹੋ ਜਾਏ ਤੇ ਅਸੀਂ ਗਲਤੀ ਕਿਵੇਂ ਕਰ ਲਈ, ਉਹ ਸਾਡੇ ਕੋਲੋਂ ਵੀ ਬਰਦਾਸ਼ਤ ਨਹੀਂ ਹੁੰਦੀ। ਅਸੀਂ ਆਪੇ ਹੀ ਆਪਣਾ ਐਕਸਕਿਊਜ਼ ਦੇ ਜਾਂਦੇ ਹਾਂ, ਨਹੀਂ ਮੈਂ ਪੜ੍ਹ ਕੇ ਤੇ ਆਇਆ ਸੀ, ਪਤਾ ਨਹੀਂ ਯਾਰ ਕੀ ਹੋਇਆ ਜੀ। ਸੋਚੀਏ ਜਿਹੜਾ ਹੈ ਹੀ ਬਿਆਨ ਤੇ ਮੈਂ ਉਹਨੂੰ ਕਿੱਥੇ ਬਿਆਨ ਕਰਨਾ। ਗੱਲ ਇੰਨੀ ਕੋਈ ਹੈ, ਮੈਂ ਕਿਉਂ ਨਾ ਮੰਨ ਲਵਾਂ ਕੁਦਰਤ ਕੌਣ ਕਹਾਂ ਵਿਚਾਰ। ਸੋ ਜੇ ਕੋ ਬੁਝੇ ਸੌਰੀ ਜੇ ਕੋ ਕਹੈ ਕਰੇ ਵਿਚਾਰ, ਕਰਤੇ ਕਿਆ ਕਰਨਾ ਨਾ ਹੀ ਸ਼ੁਮਾਰ। ਉਹਦਾ ਸ਼ੁਮਾਰ ਹੀ ਨਹੀਂ ਹੈ, ਉਹਦੀ ਕੋਈ ਹੱਦ ਬੰਨਾ ਹੀ ਨਹੀਂ ਹੈ। ਬੇਅੰਤ ਹੈ ਉਹ, ਕੋਈ ਲਿਮਿਟ ਨਹੀਂ ਹੈ, ਇਨਫਿਨਿਟ ਹੈ ਉਹ। ਹੁਣ ਕਹਿੰਦੇ ਵੀ ਜੇ ਉਹਦੀ ਇਨਫਿਨਿਟਨੈਸ ਵੱਲ ਚੱਲੀਏ ਤੇ ਕਹਿੰਦੇ ਵੀ ਦੁਨਿਆਵੀ ਮਨੌਤਾਂ ਉਹਨੂੰ ਬਿਆਨ ਕਰਨ ਦੇ ਲਈ, ਉਹਦੀ ਪਾਵਰ ਨੂੰ ਦੱਸਣ ਦੇ ਲਈ ਬੜਾ ਕੁਝ ਲੋਕਾਂ ਨੇ ਕਹਿਤਾ, ਗੁਆਂਢੀਆਂ ਨੇ, ਕਿ ਜੀ ਇਹ ਧਰਤੀ ਜਿਹੜੀ ਹੈ ਇਹ ਧੌਲ ਦੇ ਸਿਰ ਤੇ ਹੈ। ਕਿਸੇ ਨੇ ਕਹਿਤਾ ਜੀ ਸ਼ੇਸ਼ਨਾਗ ਦੇ ਸਿਰ ਤੇ ਹੈ, ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀਆਂ ਨੀਦਰਲੈਂਡਸ ਨੇ, ਇਹਨੂੰ ਸੋਚੋ ਤੇ ਸਹੀ ਵੀ ਜੇ ਧਰਮ ਜਿਹੜਾ ਹੈ ਜਿਹੜਾ ਧੌਲ ਹੈ, ਬਲਦ ਹੈ, ਉਹ ਧਰਤੀ ਦੇ ਥੱਲੇ ਖੜੋਤਾ ਹੈ। ਇਹ ਸਾਰੇ ਜਿਹੜੇ ਅਗਲੀਆਂ ਜੋਟੇ ਆਣੇ ਨੇ ਉਹਨਾਂ ਦੇ ਜਿਹੜਾ ਮਸਲਾ ਸੀ ਉਹ ਇਹ ਸੀ ਕਿ ਧਰਤੀ ਦੇ ਥੱਲੇ ਬਲਦ ਹੈ ਤੇ ਬਲਦ ਦੇ ਥੱਲੇ ਫਿਰ ਕੋਈ ਧਰਤੀ ਹੋਏਗੀ, ਤੇ ਇਟ ਗੋਜ਼ ਔਨ, ਤੇ ਕਿਧਰੇ ਤੇ ਜਾ ਕੇ ਗੱਲ ਮੁੱਕੇਗੀ, ਜਾਂ ਬਲਦ ਦੇ ਥੱਲੇ ਧਰਤੀ ਨਹੀਂ ਹੋਏਗੀ ਤੇ ਜਾਂ ਧਰਤੀ ਦੇ ਥੱਲੇ ਬਲਦ ਨਹੀਂ ਹੋਏਗਾ।
ਇਹ ਜਿਹੜੀ ਤੁਹਾਡੀ ਪੁਰਾਣਕ ਸੋਚ ਸੀ ਮਿਥੋਲੋਜੀਕਲ, ਉਹ ਕਿਧਰੇ ਤੇ ਜਾ ਕੇ ਐਂਡ ਹੋਏਗੀ ਨਾ। ਪਰ ਕਹਿੰਦੇ ਤੁਸਾਂ ਇਹ ਨਾ ਸਮਝਿਆ ਕਿ ਜਿੰਨੀ ਜ਼ਿਆਦਾ ਪਾਵਰ ਹੁੰਦੀ ਹੈ, ਹਾਈਐਸਟ ਦਾ ਪਾਵਰ, ਹਾਈਐਸਟ ਦਾ ਕੰਟਰੋਲ ਐਂਡ ਰੂਲਸ ਆਰ। ਜਿੰਨਾ ਜ਼ਿਆਦਾ ਟ੍ਰੈਫਿਕ ਹੁੰਦਾ, ਸਾਡੇ ਰੂਲਸ ਤੇ ਸਾਡੇ ਚੈਕਿੰਗ ਪੁਆਇੰਟਸ ਉਨੇ ਹੀ ਜ਼ਿਆਦਾ ਹੋ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਕਾਸਮਿਕ ਵਡਿਆਈ ਦੀ ਗੱਲ ਕਰਦੇ ਹਾਂ, ਪਾਵਰ ਦੀ ਗੱਲ ਕਰਦੇ ਹਾਂ, ਮਾਲਕ ਦੀ ਤਾਕਤ ਦੀ ਗੱਲ ਕਰਦੇ ਹਾਂ, ਬੇਸ਼ੁਮਾਰ ਹੈ, ਉਹਦੇ ਲਈ ਕੰਟਰੋਲ ਕਰਨ ਦੇ ਲਈ ਵੀ ਉਹਨੇ ਸਿਸਟਮ ਜਿਹੜਾ ਬਣਾਇਆ ਸੀ, ਰੂਲਸ ਜਿਹੜੇ ਬਣਾਏ ਸੀ, ਉਹ ਹੈਗੇ ਸੀਗੇ। ਧਰਮ ਜਿਹੜਾ ਹੈ ਐਕਚੁਅਲ ਦੇ ਵਿੱਚ ਉਹ ਇੱਕ ਨਿਯਮ ਹੈ, ਇੱਕ ਨਿਯਮਾਵਲੀ ਹੈ, ਜਿਹਨੂੰ ਅਸੀਂ ਸਮਝਿਆ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਕਿ ਸੰਤੋਖ, ਫਿਰ ਕਹਿੰਦੇ ਜੇ ਕੋ ਬੁਝੈ ਹੋਵੇ ਸਚਿਆਰ, ਜਿਹੜਾ ਇਸ ਗੱਲ ਨੂੰ ਬੁਝ ਲਏਗਾ ਨਾ, ਕਿਹੜੀ ਗੱਲ ਨੂੰ, ਕਿ ਬਈ ਧੌਲ ਜਿਹੜਾ ਨਾ ਐਕਚੁਅਲੀ ਇਹ ਸਾਰੀ ਧਰਤੀ ਦਾ ਭਾਰ ਜਿਹਨੇ ਚੱਕਿਆ ਹੋਇਆ ਨਾ, ਉਹ ਧਰਮ ਹੈ। ਤੇ ਧਰਮ ਉਪਜਦਾ ਕਿੱਥੋਂ ਹੈ? ਦਇਆ ਵਿੱਚੋਂ। ਮੈਂ ਸੋਚਾਂ ਹੁਣ ਆਪਣੇ ਆਪ ਤੇ ਘਟਾਵਾਂ, ਕਿਉਂਕਿ ਜਿੱਥੇ ਗੱਲ ਬਾਹਰ ਹੋ ਰਹੀ ਹੈ, ਬਾਹਰ ਦੀ ਦੁਨੀਆ ਦੀ, ਉਹ ਮੇਰੇ ਅੰਦਰ ਦੀ ਦੁਨੀਆ ਵਿੱਚ ਸਚਿਆਰ ਮੈਂ ਅੰਦਰ ਬਣਨਾ ਹੈ ਨਾ, ਬਾਹਰ ਥੋੜੀ। ਥੋੜਾ ਜਿਹਾ ਇਹਦੇ ਗੌਰ ਕਰਿਓ, ਆਪਣੀ ਕਨਸੈਂਟਰੇਸ਼ਨ ਨੂੰ ਲੂਜ਼ ਨਾ ਹੋਣ ਦਿਓ। ਮੇਰੇ ਅੰਦਰ ਮਾਲਕ ਨੇ ਕਿਹਾ, ਸਮਝਾਤਾ ਵੀ ਇਹ ਜਿਹੜਾ ਧੌਲ ਹੈ ਇਹ ਧਰਮ ਹੈ। ਇਹ ਜਿਹੜੀ ਮਿਥ ਹੈ ਨਾ, ਫੋਰਗੇਟ ਅਬਾਊਟ ਇਟ। ਇਹ ਧਰਮ ਇੱਕ ਅਸੂਲ, ਇੱਕ ਮਰਿਆਦਾ, ਇੱਕ ਸਿਸਟਮ ਹੈਗਾ। ਦਇਆ ਦਾ ਪੁੱਤਰ ਹੈ ਤੇ ਇਹਨੂੰ ਸਾਰੇ ਜਿਹੜਾ ਪਸਾਰਾ ਏ, ਇਹਨੂੰ ਪਰੋਇਆ ਕਿੰਨੇ ਹੋਇਆ? ਸੰਤੋਖ ਨੇ। ਸਬਰ, ਸ਼ੁਕਰ। ਸੰਤੋਖ ਦੇ ਧਾਗੇ 'ਚ ਦਇਆ ਦਾ ਪੁੱਤਰ ਜਿਹੜਾ ਹੈ ਉਹ ਕੰਟਰੋਲ ਕਰ ਰਿਹਾ। ਹੁਣ ਇਹਨੂੰ ਆਪਾਂ ਆਪਣੇ ਅੰਦਰ ਵਸਾ ਕੇ ਦੇਖੀਏ। ਆਪਣੇ ਅੰਦਰ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਕਰਕੇ ਦੇਖੀਏ। ਪਰਮਿੰਦਰ ਸਿੰਘ, ਕੀ ਗੱਲ ਹੈ ਭਾਈ? ਕੀ ਕਰ ਰਿਹਾ ਹੈ? ਉਹ ਯਾਰ ਕੀ ਗੱਲ, ਇਦਾਂ ਨਾ ਕਰਿਆ ਕਰੋ ਭਾਈ, ਜਦੋਂ ਟੌਪਿਕ ਸੀਰੀਅਸ ਹੁੰਦਾ ਤੇ ਫਿਰ ਉਹ ਹੋ ਜਾਂਦਾ। ਓਕੇ, ਹਾਂ, ਦੋ ਜਗ੍ਹਾ ਓ ਤੇ ਮਾਈ ਗॉड, ਕੀਤੇ ਹੋਏ ਆ। ਉਹ ਹੀ ਨਾ। ਚਲੋ, ਉਹ ਯਾਰ ਇੱਕ ਥਾਂ ਤੇ ਟਿਕ ਜਾ ਪਰਮਿੰਦਰ, ਡਿਸਟਰੈਕਟ ਨਾ ਕਰੀ ਪਲੀਜ਼। ਸੋ ਹੁਣ ਮੈਂ ਇਹਨੂੰ ਆਪਣੇ ਪਰਿਵਾਰ 'ਚ ਢਾਲ ਕੇ ਦੇਖਾਂ। ਜੇ ਮੇਰੇ ਘਰ ਦੇ ਵਿੱਚ ਸੰਤੋਖ ਘਟ ਜਾਏ, ਕੀ ਹੁੰਦਾ ਜੀ? ਪਲੀਜ਼, ਮੇਰੇ ਪਰਿਵਾਰ 'ਚ ਜੇ ਸੰਤੋਖ ਘਟ ਜਾਏ, ਖਤਮ ਨਹੀਂ ਹੋਇਆ, ਅਸ਼ਾਂਤੀ ਆ ਜਾਂਦੀ। ਅਸ਼ਾਂਤੀ ਆ ਜਾਏਗੀ। ਸਬਰ ਤੇ ਸ਼ੁਕਰ ਦਾ ਸਾਥ ਚਲਾ ਗਿਆ ਤੇ ਕਲਾ ਆ ਗਈ। ਕਲਾ ਆ ਗਈ ਹੈ ਨਾ? ਕਲਾ ਕਲੰਦਰ ਵਸੇ, ਘੜਿਓਂ ਪਾਣੀ ਨਸੇ। ਹੁਣ ਮੈਂ ਇਹਨੂੰ ਹੋਰ ਅੰਦਰ ਲੈ ਕੇ ਜਾਵਾਂ। ਜੇ ਮੇਰੇ ਅੰਦਰ ਇੱਥੇ ਮੇਰੀ ਆਤਮਿਕ ਅਵਸਥਾ ਦੇ ਵਿੱਚ ਜੇ ਕਿਧਰੇ ਸੰਤੋਖ ਨਹੀਂ ਹੈਗਾ ਤੇ ਸਾਰੇ ਮਣਕੇ ਖਿਲਰ ਜਾਣਗੇ, ਖਲੇਰਾ ਪੈ ਜਾਏਗਾ ਨਾ। ਸੰਤੋਖ ਦੇ ਧਾਗੇ ਦੇ ਵਿੱਚ ਸਾਰੇ ਆਤਮਿਕ ਮਾਲਾ ਦੇ ਮੋਤੀ ਪਰੋਤੇ ਹੋਏ ਨੇ। ਆਤਮਿਕ ਵਿਕਾਸ ਦੇ, ਸਚਿਆਰ ਬਣਨ ਦੇ ਜਿੰਨੇ ਵੀ ਗੁਣ ਨੇ ਉਹ ਸਾਰੇ ਪਰੋਤੇ ਹੋਏ ਨੇ। ਜੇ ਮੇਰੇ ਸੰਤੋਖ ਦਾ ਪੱਲਾ ਛੁੱਟ ਜਾਏ ਮੇਰੇ ਕੋਲੋਂ, ਤੇ ਮੋਤੀ ਕਿੱਥੇ ਜਾਣਗੇ ਜੀ? ਖਿਲਰ ਜਾਣਗੇ। ਰਾਈਟ? ਕਿਸੇ ਪਰਿਵਾਰ ਦੇ ਵਿੱਚ ਦੇਖ ਲਓ ਕਿ ਜੇ ਕਿਧਰੇ
ਪਰਿਵਾਰ ਦੇ ਵਿੱਚੋਂ ਫੋਕਸ ਚਲਾ ਜਾਏ ਤੇ ਭੁਚਾਲ ਆ ਜਾਂਦਾ, ਆਂਦਾ ਕਿ ਨਹੀਂ, ਤਰਥੱਲੀ ਪੈ ਜਾਂਦੀ ਹੈ, ਹਾਏ ਕੀ ਹੋ ਗਿਆ। ਕਿਉਂਕਿ ਰੱਬੀ ਨਿਯਮਾਵਲੀ ਤੋਂ ਅਸੀਂ ਬਾਹਰ ਚਲੇ ਜਾਂਦੇ ਹਾਂ। ਇਸ ਕਰਕੇ ਕਹਿੰਦੇ ਨੇ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਕੇ ਸੂਤ ਆਇਆ ਹੋਇਆ ਸਾਰਾ ਕੰਮ, ਭਾਵ ਇੱਕ ਧਾਗੇ ਦੇ ਵਿੱਚ ਪਰੋਤਾ ਪਿਆ। ਕਹਿੰਦੇ ਜੇ ਇਸ ਗੱਲ ਨੂੰ ਕੋਈ ਸਮਝ ਲਵੇ ਨਾ, ਕਿਹੜੀ ਕਿਹੜੀ ਗੱਲ, ਦਇਆ ਧਰਮ। ਮਨਜੀਤ ਸਿੰਘ ਨੇ ਗੱਲ ਸ਼ੁਰੂ ਕੀਤੀ ਸੀ ਕਿ ਦਇਆ ਧਰਮ ਧੀਰਜ ਸੰਤੋਖ, ਇਹ ਸਾਰੇ, ਜੇ ਮੈਨੂੰ ਇਹ ਗੱਲ ਸਮਝ ਆ ਜਾਏ ਕਿ ਦਇਆ ਤੇ ਧਰਮ ਤੇ ਸੰਤੋਖ ਇਹ ਮੇਰੀ ਆਤਮਕ ਅਵਸਥਾ ਲਈ, ਔਰ ਇਹਦੇ ਨਾਲ ਜਿਹੜੇ ਹੋਰ ਮੈਨੂੰ 5 ਜਿਹੜੇ ਇੱਕ ਤੇ 5 ਵਿਕਾਰ ਹੋ ਗਏ ਤੇ ਇੱਕ 5 ਇਹ ਜਿਹੜੇ ਚੰਗੇ ਵਾਲੇ ਧਰਮ, ਦਇਆ ਧਰਮ, ਸਤ ਸੰਤੋਖ ਧੀਰਜ। ਸਤ ਸੰਤੋਖ ਧੀਰਜ, ਸਤ ਸੰਤੋਖ ਦਇਆ ਧਰਮ ਧੀਰਜ, Yeah, ਏਦਾਂ ਹੁੰਦੇ ਆ। yeah. ਸਤ ਸੰਤੋਖ ਦਇਆ ਧਰਮ ਧੀਰਜ। ਜੇ ਕਿਧਰੇ ਮੈਂ ਇਹਨਾਂ 5 ਨੂੰ ਆਪਣੇ ਨਾਲ ਵਸਾ ਲਾਂ ਤੇ ਫਿਰ ਮੈਨੂੰ ਨਿਯਮਾਵਲੀ ਤੋਂ ਬਾਹਰ ਰਹਿਣਾ ਪਏਗਾ ਕਿ ਅੰਦਰ? ਡੈਫੀਨੇਟਲੀ ਅੰਦਰ। ਜਿਸ ਤਰ੍ਹਾਂ ਵੀ ਮੈਂ ਆਪਣੇ ਮਨ ਨੂੰ ਸਮਝਾਣਾ, ਗੱਲ ਕਰ ਰਹੇ ਸਾਂ ਉਹਨਾਂ 5 ਦੀ, ਉਹਨਾਂ 5 ਨੇ ਡੈਫੀਨੇਟਲੀ, ਉਹ ਜਿਹੜੇ ਪੰਜ ਸਨ ਉਹਨਾਂ ਨੇ ਇਹਨਾਂ ਨੂੰ ਕਾਬੂ 'ਚ ਰੱਖਿਆ ਹੋਇਆ ਸੀ। ਕਿਉਂ? ਉਹ ਸੁਣਦੇ ਸੀ, ਸੁਣ ਕੇ ਆਪਣੇ ਅੰਦਰ ਸਮਝਦੇ ਸੀ, ਫਿਰ ਉਹਨੂੰ ਵਸਾਉਂਦੇ ਸੀ, ਉਹਨੂੰ ਅੰਡਰਸਟੈਂਡ ਕਰਦੇ ਸੀ, ਉਹਨੂੰ ਫੋਲੋ ਕਰਦੇ ਸੀ ਤੇ ਇੰਪਲੀਕੇਟ ਕਰਦੇ ਸੀ। ਜਦੋਂ ਉਹਨਾਂ ਨੇ ਇਹ ਸਟੈਪ ਲੈ ਲਿਆ ਤੇ ਉਹ ਮੰਨੇ ਹੋਏ ਹੋ ਗਏ। ਤੇ ਫਿਰ ਇਹੋ ਜਿਹਾ ਨਾਮ ਸੀ ਕਿ ਜਿਨੇ ਉਹਨਾਂ ਨੂੰ ਮੰਨਿਆ ਹੋਇਆ ਕਰਤਾ, ਫੇਮਸ ਕਰਤਾ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਧੌਲ ਧਰਮ ਦਇਆ ਕਾ ਪੂਤ, ਇਹ ਗੱਲ ਸਾਫ਼ ਹੈ ਨਾ ਜੀ? ਅੱਗੇ ਚਲੀਏ। ਸੰਤੋਖ ਥਾਪ ਰੱਖਿਆ ਜਿਨ ਸੂਤ, ਆਈ ਐਮ ਟਰਾਈਂਗ ਟੂ ਗੋ ਸਟੈਡੀ। ਤੇ ਕਹਿੰਦੇ ਜੇ ਕੋ ਬੁਝੈ, ਹੁਣ ਜਿਹੜਾ ਇਸ ਗੱਲ ਨੂੰ ਬੁਝ ਲਵੇ, ਕਿਹੜੀ ਗੱਲ? ਹਾਂਜੀ ਪਲੀਜ਼। ਸਤ ਸੰਤੋਖ। ਹਾਂਜੀ, ਹੋਰ ਕਿਹੜੀ ਗੱਲ? ਦਇਆ ਤੇ ਸੰਤੋਖ ਨੂੰ, ਦਇਆ ਤੇ ਸੰਤੋਖ ਨੂੰ ਜੋ ਵੱਡੇ ਮਨੁੱਖ ਸਮਝ ਲਏਗਾ ਕਿ ਇਹ ਕਿੰਨਾ ਕੰਮ ਕਰਦੇ ਨੇ ਤੇ ਉਹ ਮਨੁੱਖ ਸਚਿਆਰ ਹੈ। ਹੋਵੇ ਸਚਿਆਰ। ਦੇਖੋ ਕਿੰਨੇ ਤਰੀਕੇ ਦੇ ਨਾਲ ਦੱਸੇ, ਹੁਕਮੀ ਨਾਨਕ ਹੁਕਮ ਹੈ ਜੇ ਬੁਝੇ ਹੋ ਤਾਂ ਮੈਂ ਕਹੇ ਨਾ ਕੋਈ, ਐਵੇਂ ਜਾਣੀਏ ਸਭ ਆਪੇ ਸਚਿਆਰ। ਹੁਣ ਕਹਿੰਦੇ ਜੇ ਕੋ ਬੁਝਿਆ ਹੋਵੇ, ਚੋਇਸਿਸ ਤੇਰੀਆਂ ਨੇ, ਤੂੰ ਕਿਸੇ ਪਹਿਲੂ ਤੋਂ, ਕਿਸੇ ਰਾਹ ਤੋਂ, ਕਿਸੇ ਪਗਡੰਡੀ ਤੋਂ ਜਾ ਕੇ, ਕਿਸੇ ਫਰੀਵੇ ਤੋਂ ਜਾ ਕੇ ਯੂ ਕੈਨ ਅਚੀਵ ਯੋਰ ਗੋਲ। ਕਿਵੇਂ ਸਚਿਆਰਾ ਹੋਈ? ਤੇ ਕਹਿੰਦੇ ਜੇ ਕੋ ਬੁਝਿਆ ਹੋਵੇ ਸਚਿਆਰ, ਤੇ ਕਹਿੰਦੇ ਫਿਰ ਜਿਹੜਾ ਸਚਿਆਰ ਬਣ ਜਾਏਗਾ ਉਹਨੂੰ ਸਮਝ ਆ ਜਾਏਗੀ ਕਿ ਧਵਲ ਹੈ ਉੱਪਰ ਕੇਤਾ ਭਾਰ। ਉਹ ਵਿਚਾਰੇ ਨਿੱਕੇ ਜਿਹੇ ਬੌਲਦ ਤੇ ਕਿੰਨਾ ਕੁ ਭਾਰ ਧਰਤੀ ਦਾ ਦੇ ਸਕਦੇ ਹੋ ਤੁਸੀਂ? ਉਹ ਸੋਚੋ ਤੇ ਸਹੀ, ਕਹਾਣੀ ਸੁਣਾਉਣ ਲੱਗਿਆ। ਫਿਰ ਕਹਿੰਦੇ ਵੀ ਫੈਕਚੁਅਲ ਕੀ ਹੈ ਕਿ ਜੇ ਧਰਤੀ ਹੋਰ ਹੈ। ਅੱਛਾ, ਇਹਨੂੰ ਕਿੱਦਾਂ ਪੜ੍ਹਦੇ ਹਾਂ ਜੀ ਅਸੀਂ? ਧਰਤੀ, ਮੈਂ ਟੋਕਣਾ ਬੰਦ ਕੀਤਾ ਹੋਇਆ ਅੱਜ ਕੱਲ, ਇਸ ਕਰਕੇ ਹਰਕੇਵਲ ਜੀ ਇਹਨੂੰ ਪੜ੍ਹੋ ਜਰਾ ਦੁਬਾਰਾ। ਕੀ ਹੋਰ ਪਰੇ? ਹਾਂਜੀ, ਹੋਰ ਜਿਹੜਾ ਹੈ ਇੱਥੇ ਕੌਮਾ ਨਹੀਂ ਹੈ। ਧਰਤੀ, ਹੁਣ ਇਹ ਸਾਰੀ ਇੱਕ ਕੋਟ ਅਨਕੋਟ ਹੈ। ਧਰਤੀ ਹੋਰ ਪਰ ਹੈ, ਹੋਰ ਹੋਰ। ਧਰਤੀ ਹੋਰ ਨਹੀਂ, ਇਹ ਧਰਤੀ ਹੈ, ਇਹਦੇ ਥੱਲੇ ਹੋਰ ਧਰਤੀ ਬੋਲਦਾ, ਫਿਰ ਉਹਦੇ ਹੋਰ ਧਰਤੀ ਹੈ, ਫਿਰ ਹੋਰ ਧਰਤੀ। ਧਰਤੀ ਇਸਤਰੀ ਲਿੰਗ ਹੈ। ਹੋਰ ਪਰ ਹੈ, ਹੋਰ ਹੋਰ। ਤੇ ਕਹਿੰਦੇ ਤਿਸਤਾ ਭਾਰ ਥੱਲੇ ਕਮਨ ਜੋ। ਉਹ ਭਾਈ ਉਹਦੇ ਥੱਲੇ ਬੋਲਦ ਕਿੱਥੇ ਆਏਗਾ? ਹੁਣ ਕਹਿੰਦੇ ਵੀ ਐਕਚੁਅਲ ਦੇ ਵਿੱਚ ਇਹ ਜਿਹੜਾ ਪਸਾਰਾ ਹੈ
ਇਹ ਜਿਹੜਾ ਸੂਤ ਕੇ ਰੱਖਿਆ ਹੋਇਆ ਮਾਲਕ ਨੇ ਨਿਯਮਾਵਲੀ 'ਚ, ਇਹ ਕਹਿੰਦੇ ਭਈ ਜੀ ਜਾਤ ਰੰਗਾਂ ਕੇ ਨਾ, ਕਈ ਤਰ੍ਹਾਂ ਦੇ, ਕਿਉਂਕਿ ਇਕਾਰ ਹੁੰਦੀ ਹੈ ਨਾ। ਉਹਨੇ ਆਖਿਆ ਕੁਨ ਤੇ ਕੀਤਾ ਪਸਾਓ, ਇੱਕੋ ਕਵਾਵ ਹੋ ਗਿਆ। ਉਹਨੇ ਕੋਈ ਟਾਈਮ ਥੋੜੀ ਲਾਇਆ, ਉਹ ਤੇ ਇੰਨਾ ਇਨਫਿਨਿਟ ਹੈ, ਇੰਨਾ ਵੱਡਾ ਹੈ, ਇੰਨਾ ਪਾਵਰਫੁਲ ਹੈ। ਉਹਨੇ ਇਸ ਪਸਾਰੇ ਦੇ ਵਿੱਚ ਸਭਨਾ ਲਿਖਿਆ ਵੜੀ ਕਲਾਮ। ਹੁਣ ਇਹ ਜਿਹੜੇ ਸਾਰੇ ਸ੍ਰਿਸ਼ਟੀ, ਇਹਦੇ ਦੋ ਤਰ੍ਹਾਂ ਦੇ ਨਾਲ ਇਹਨੂੰ ਸਮਝਿਆ ਜਾ ਸਕਦਾ ਹੈ। ਇੱਕ ਸਮਝ ਹੈ ਕਿ ਮਾਲਕ ਨੇ ਜੀ ਜਾਤ ਰੰਗ, ਮਤਲਬ ਕਈ ਰੰਗਾਂ ਦੇ ਬਣਾ ਦਿੱਤੇ, ਤੇ ਸਾਰਿਆਂ ਦਾ ਲੇਖਾ ਜਿਹੜਾ ਹੈ ਉਹਨੇ ਵੜੀ ਕਲਾਮ ਚਲਦੀ ਕਲਮ ਨਾਲ ਲਿਖ ਦਿੱਤਾ। ਫਿਰ ਮੇਰੇ ਵਰਗੇ ਕਈ ਵਾਰੀ ਫਸ ਜਾਂਦੇ ਨੇ ਕਿ ਮੇਰੇ ਮੱਥੇ ਤੇ ਲੇਖਾ ਲਿਖਿਆ ਹੋਇਆ। ਹੁਣ ਇੱਥੇ ਲੇਖਾ ਜਿਹੜਾ ਏ ਉਹ ਬਿਆਨੀ ਹੈ। ਜੇ ਮੈਂ ਇਹਨੂੰ ਲੇਖੇ ਨੂੰ ਬਿਆਨੀ ਲੈ ਲਵਾਂ, ਲੇਖੇ ਦਾ ਜਿਹੜਾ ਇਹ ਲੇਖਾ ਉਹਦਾ ਲਿਖਿਆ ਹੋਇਆ ਹਿਸਾਬ ਹੈ ਨਾ, ਬਿਆਨੀ। ਜੇ ਮੈਂ ਇਹ ਲੈ ਲਵਾਂ ਕਿ ਉਹਨੇ ਇੰਨੇ ਜੀ ਸਾਡੇ ਵਰਗੇ ਬਣਾਏ, ਕਈ ਤਰ੍ਹਾਂ ਦੇ, ਕਈ ਕਲਾਸਿਸ ਦੇ, ਕਈ ਮਿਆਰਾਂ ਦੇ, ਕਈ ਇੰਟੈਲੈਕਚੁਅਲ ਇੰਟੈਲੀਜੈਂਟ, ਉਹਨਾਂ ਨੇ ਰੱਬ ਦਾ, ਕਿਉਂਕਿ ਉਹ ਬੜੇ ਸਿਆਣੇ ਬਣ ਗਏ, ਉਹ ਪੰਚ ਬਣ ਗਏ, ਉਹਨਾਂ ਨੇ ਰੱਬ ਦਾ ਬਿਆਨੀ ਸ਼ੁਰੂ ਕਰਤੀ। ਤੇ ਕਹਿੰਦੇ ਵੀ ਸਭ ਨਾਲ ਲਿਖਿਆ, ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਲਿਖਿਆ, ਪਰ ਅਲਟੀਮੇਟਲੀ ਦੇ ਅਰਾਈਵਡ ਐਟ ਦਾ ਕਨਕਲੂਜਨ, ਇਹ ਲੇਖਾ ਲਿਖ ਜਾਣਾ ਕੋਈ। They arrived at the conclusion ਕਿ it is not easy for everyone, ਕੋਈ ਲਿਖ ਸਕਦਾ ਹੈ। ਕਿਉਂ? ਲੇਖਾ ਲਿਖਿਆ ਕੀਤਾ ਹੋਏ। ਜੇ ਮੈਂ ਗਣਤੀ ਗਣੇ ਨਾ ਛੂਟੈ ਕਬਹੂ, ਕਾਚੀ ਦੇ ਇਆਣੀ, ਲੇਖੈ ਕਤੈ ਨਾ ਛੂਟੀਏ ਖਿਨ ਖਿਨ ਭੂਲਣਾਰ। ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਸੋ ਲੇਖਾ ਲਿਖਿਆ, ਜੇ ਕੋਈ ਬਿਆਨ ਕਰਨ ਵੀ ਲੱਗੇ ਤੇ ਕਿੰਨਾ ਸਾਰਾ ਬਿਆਨ ਹੋ ਜਾਏਗਾ, ਕਿਉਂਕਿ ਉਹਦੀ ਪਾਵਰ ਹੀ ਏਡੀ ਵੱਡੀ ਹੈ। ਇਹ ਲਿਖ ਦਿੱਤਾ ਤੇ ਤਾਂ ਵੀ ਹਾਲੇ everything is said, having said everything still he is unsaid, ਕਿਉਂਕਿ ਬਿਆਨਤਾ ਬੇਅੰਤ ਗੁਣ ਤੇਰੇ। ਕਹਿੰਦੇ ਨਹੀਂ ਤੇ ਮਤਲਬ ਕੀ ਲਿਖੇਗਾ ਉਹ? ਕੇਤਾ ਤਾਣ, ਸਵਾਲੇ ਉਹ ਰੂਪ, ਉਹਦੀ ਸੁੰਦਰਤਾ ਕਿੰਨਾ ਸੋਹਣਾ ਹੈ ਰੱਬ, ਕਿੰਨਾ ਉਹਦਾ ਜ਼ੋਰ ਹੈ, ਕਿੰਨਾ ਉਹਦਾ ਤਾਣ ਹੈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣ। ਦੇਖੋ ਸਾਰਾ ਪਰੋਤਾ ਹੋਇਆ ਸਿਸਟਮ। ਸਚਿਆਰ ਬਣਨ ਦੇ ਲਈ ਮੈਨੂੰ ਹਰ ਥਾਂ ਤੇ ਨਿਬਲ ਕਰਨ ਦਾ ਮੌਕਾ ਮਿਲਦਾ ਪਿਆ। ਗਾਵੈ ਕੋ ਗੁਣ ਵਡਿਆਈਆਂ ਚਾ, ਕੋਈ ਉਹ ਗਾ ਰਿਹਾ, ਕੋਈ ਉਹ। ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ, ਸਵਾਲਿਓ ਰੂਪ, ਕੇਤੀ ਦਾਤ, ਗਾਵੈ ਕੋ ਦਾਤ। ਅਸੀਂ ਉਹਨੂੰ ਗਾਵੈ ਕੋ ਹੀ ਪੜ੍ਹਦੇ ਹਾਂ, ਪਰ ਉਹਨੂੰ ਪੜ੍ਹਨਾ ਗਾਵੈ ਕੋ, ਕੋਈ ਗਾਉਂਦਾ ਏ ਦਾਤ ਜਾਣੇ ਨਿਸ਼ਾਨ, ਕੌਮਾ ਦੇ ਕੇ ਅਸੀਂ ਪੜ੍ਹਾਏ ਹੋਏ ਹਾਂ ਉਹਨੂੰ। ਕੇਤੀ ਦਾਤ ਜਾਣੇ ਕੌਣ ਕੂਤ, ਕੂਤ ਹੁੰਦਾ ਹੈ ਅੰਦਾਜ਼ਾ, measure. Who can measure your blessings? Can anyone? तेरिया इनिया ददा दाता एक है, सबको देवनहार, देंदे तोट ना आवई, अगणत पड़े भंडार। है ना? तू दाता जिया सबना का, तुम दाते ठाकुर प्रतिपालक, नायक खसम हमारे, निमुख निमुख तुम ही प्रतिपालो, हम बारक तू। जेवा अजय ही पढ़िया सी, जेवा एक कवण गुण कही है, बेशुमार बेअंत स्वामी, तेरो अंत ना गिनो लई।
ਸਾਰਾ ਕੁਝ ਉਹਦੀ ਬੇਅੰਤਤਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿ ਕੀਤੀ ਦਾਤ ਕਿੰਨੀਆਂ ਕੁ ਮੈਂ ਕਿੰਨੇ ਕੁ ਅੰਦਾਜ਼ੇ ਲਾ ਲਵਾਂ, ਬਸ ਵੀ ਕਰ ਇਲਮੋਂ ਬਸ ਕਰੀਓ ਯਾਰ। ਕੀਤਾ ਪਸਾਓ ਏਕੋ ਕੋ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਘਰ ਆਸਣ ਡਿਠੋ ਚਾ ਕੀਤਾ ਪਸਾਓ ਏਕੋ ਕਵਾਓ, ਮਰਜ਼ੀ ਆਈ ਸੰਸਾਰ ਬਣਾਤਾ। ਤੇ ਤਿਸ ਤੇ ਹੋਏ ਲੱਖ ਦਰਿਆਓ। ਹੁਣ ਇਹ ਦਰਿਆ ਕਿਹੜੇ ਬਣ ਗਏ? ਲੱਖਾਂ। ਭਾਵ ਸਾਡੇ ਅੰਦਰ ਜਿਹੜੀ ਹਵਾ ਪਾਣੀ ਚੱਲਦਾ ਪਿਆ, ਪੰਜ ਭੂਤਕ ਸਰੀਰਾਂ ਦੇ ਲੱਖਾਂ ਜੀਵ ਪੈਦਾ ਕਰ ਦਿੱਤੇ। ਅੰਡਜ, ਜੇਰਜ, ਉਤਪੁਜ, ਸੇਤਜ, ਇੰਨੀ ਸ੍ਰਿਸ਼ਟੀ ਤੂੰ ਮਾਲਕਾ ਪੈਦਾ ਕਰ ਦਿੱਤੀ ਇੱਕ ਮਿੰਟ ਦੇ ਵਿੱਚ। ਇੱਕੋ ਕਵਾਓ, ਕਵਾਓ ਸਿਰਫ ਇੱਕ ਹੁਕਮ, that's it। ਮਰਜ਼ੀ, ਮਰਜ਼ੀ ਦਾ ਮਾਲਕ। ਫਿਰ ਕਹਿੰਦੇ ਨੇ ਕੁਦਰਤ ਕੌਣ ਕਹਾਂ ਵਿਚਾਰ, ਮੈਂ ਕੌਣ ਆ, ਮੇਰੀ ਕੀ ਪਾਇਆ ਹੈ ਮੈਂ ਤੇਰੀ ਵਿਚਾਰ ਕਰ ਸਕਾਂ। ਵਾਰਿਆਂ ਨਾ ਜਾਵਾਂ, ਮੈਂ ਤੇ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ। I cannot sacrifice myself। ਜੋ ਤੁਧ ਭਾਵੈ ਸਾਈ ਭਲੀਕਾਰ। I have to surrender with the mode of completion, unconditional acceptance। ਮੈਂ ਇਸ ਤੋਂ ਵੱਧ ਨਹੀਂ ਕਹਿ ਸਕਦਾ ਪਾਤਸ਼ਾਹ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਇਸ ਤਰ੍ਹਾਂ ਇਹਦਾ ਵਿਚਾਰ ਬਣਦਾ ਮੇਰੀ ਅਲਪਗ ਬੁੱਧੀ ਦੇ ਮੁਤਾਬਕ। ਜੇ ਇਹਨੂੰ ਮੈਂ ਦੁਬਾਰਾ ਅਸੀਂ ਥੋੜਾ ਜਿਹਾ ਦੇਖ ਲਈਏ, ਪੰਜ ਪ੍ਰਵਾਨ, ਪੰਜ ਪ੍ਰਧਾਨ, ਉਹ ਪੰਜ ਜਿਹੜੇ ਪਿਛਲੇ ਚੈਨਲਸ ਤੋਂ ਹੋ ਕੇ ਆਏ ਨੇ, ਤੇ ਪੰਚੇ ਪਾਵੇਂ ਦਰਗਾਹ ਮਾਨ, पंचे सोहे दर राजन, पंचा का गुर एक। ਇਹ ਬਹੁਤ ਜ਼ਰੂਰੀ ਪੌਜ਼ਸ ਨੇ ਇੱਥੇ ਸਾਰੀ ਪੌੜੀ ਚ। ਕਈ ਪਹਿਲਾ ਪੌਜ਼ ਇੱਥੇ ਮੈਂ ਦਿਆਂ, ਗੁਰੂ ਵੱਲ ਮੇਰਾ ਧਿਆਨ, ਗੁਰੂ 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 ਕਰ ਮਨ ਮੋੜ। ਕੀ ਮੈਨੂੰ ਗੁਰੂ ਦੀ ਲੋੜ ਇੰਨੀ ਸ਼ਿੱਦਤ ਦੇ ਨਾਲ ਮਹਿਸੂਸ ਹੁੰਦੀ ਹੈ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਾਧਵਾਰ। ਕਿੰਨੀ ਵਾਰੀ ਮੈਂ ਕੀਤਾ ਹੈ, ਪੜਿਆ ਹੈ ਮੈਂ। ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ। ਪਾਤਸ਼ਾਹ ਗੁਰੂ, ਇਹ ਸੱਚਿਆ ਪਾਤਸ਼ਾਹ, ਤੂੰ ਮੈਨੂੰ ਮਨੁੱਖ ਤੋਂ ਦੇਵਤਾ ਬਣਾ ਸਕਦਾ, ਕਰਤਨਾ ਲਾਗੀ ਤੇ ਤੈਨੂੰ ਮਿੰਟ ਨਹੀਂ ਲੱਗਣਾ। ਫਿਰ ਮੈਂ ਉਸ ਗੁਰੂ ਦਾ ਪੁਜਾਰੀ ਹਾਂ, ਜਦੋਂ ਮੈਂ ਕਦੇ ਮੱਥਾ ਟੇਕਾਂ ਗੁਰਬਾਣੀ ਨੂੰ, ਗਿਆਨ ਦਾ ਪੁੰਜ ਹੈ ਉਹ ਗੁਰਬਾਣੀ, ਕਦੀ ਮੈਂ ਇਸ ਖਿਆਲ ਦੇ ਨਾਲ ਕਿ ਜੇ 100 ਚੰਦਾ ਉਗਵੇਂ ਤੇ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਪਾਤਸ਼ਾਹ ਤੇਰੇ ਬਗੈਰ ਮੈਂ ਹਨੇਰੇ ਚ। ਮੈਂ ਗੱਲ ਕਰ ਰਿਹਾ ਬਾਣੀ ਬੋਲਣ ਦੀ ਨਹੀਂ, ਉਹਨੂੰ ਪ੍ਰਤੀਤੀ ਦੇ ਨਾਲ ਮਹਿਸੂਸ ਕਰਨ ਦੀ। ਪੰਚਾਂ ਕਾ, ਪੰਜ ਜਿਹੜੇ ਨੇ ਉਹਨਾਂ ਨੂੰ ਮਹਿਸੂਸੀਅਤ ਹੈਗੀ ਹੈ, ਉਹਨਾਂ ਨੂੰ ਪਤਾ ਹੈ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਅਸੀਂ ਉਹ ਹਾਂ, ਅਸੀਂ ਆਪਣੇ ਅੰਦਰ ਸੁਚੇਤ ਹਾਂ, ਗੁਰੂ ਨੂੰ ਨਹੀਂ ਚੇਤੇ ਕੀਤਾ ਹੋਇਆ। ਅਸੀਂ ਉਹ ਗੁਆੜ ਦੇ ਤਿਲਾਂ ਵਾਂਗੂ ਹਾਂ, ਸਾਡੇ 100 ਖਸਮ ਬਣੇ ਹੋਏ ਨੇ। ਖੇਤੇ ਅੰਦਰ ਛੁੱਟਿਆ ਕਹੋ ਨਾਨਕ 100 ਨਾ। ਅਸੀਂ ਵੀ ਬੰਦੇ ਹੈਗੇ ਆ ਬਾਹਰੋਂ, ਪਰ ਅੰਦਰੋਂ ਸੁਆਹ ਹੈ ਸਾਡੇ। ਕੀ ਮੈਂ ਏਦਾਂ ਰੱਬ ਦੇ ਕੋਲ ਜਾ ਕੇ, ਗੁਰੂ ਦੇ ਕੋਲ ਜਾ ਕੇ ਆਪਣਾ ਐਨਾਲਿਸਿਸ ਕੀਤਾ? ਮੈਂ ਇੰਨਾ ਸਿਆਣਾ ਪੜ੍ਹਿਆ ਲਿਖਿਆ। ਸੋ ਪੰਚਾਂ ਕਾ ਗੁਰ ਇੱਕ ਧਿਆਨ। ਜੇ ਕੋ ਕਹੇ ਕਰੇ ਵੀ, ਜੇ ਕਿਧਰੇ ਇਹੋ ਜਿਹੇ ਮਤੇ ਭੁਲੇਖਾ ਖਾ ਜਾਣ, ਅਸੀਂ ਪੰਚ ਹੁੰਨੇ ਆ, ਹਮ ਸਰਕਾਰੀ ਥਾਣੇਦਾਰ ਹੋਤੇ हैं, ਰੱਬ ਕੇ ਪੰਚ ਹੋਤੇ हैं। ਜੇ ਕਿਧਰੇ ਇਸ ਖਿਆਲ ਦੇ ਨਾਲ ਉਹ ਵਿਚਾਰ ਕਰਨ ਵੀ ਲੱਗਣ ਰੱਬ ਦੀ, ਕਿ ਅਸੀਂ ਤੇ ਰੱਬ ਨੂੰ ਏਦਾਂ ਬਿਆਨ ਕਰ ਦੇਣਾ,
ਕਹਿੰਦੇ ਕਰਤੇ ਕੈ ਕਰਨ ਨਾ ਸ਼ੁਮਾਰ। ਧੌਲ ਧਰਮ ਦਇਆ ਕਾ ਪੂਤ। ਦੇਖੋ ਦੁਨਿਆਵੀ ਮਿੱਥ ਜਿਹੜੀ ਏ ਉਹੀ ਨਹੀਂ ਕਿਸੇ ਕੋਲੋਂ ਸੋਲਵ ਹੋਈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝਿਆ ਹੋਵੇ ਸਚਿਆਰ, ਧਵਲੇ ਉੱਪਰ ਕੇਤਾ। ਉਹ ਯਾਰ ਸੋਚੋ ਤੇ ਸਹੀ, ਐਵੋਲੂਸ਼ਨ ਲਾਅ ਏ, ਤੁਸੀਂ ਆਪਣਾ ਆਪਣਾ ਮਾਰੀ ਜਾਂਦੇ ਹੋ। ਧਰਤੀ ਹੋਰ ਪਰ ਹੈ ਹੋਰ ਤਿਸਤੇ ਭਾਰਤ ਲੈ ਕਮੰਜੋਰ, ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਾਮ। ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ। ਸੋਚਿਆ ਕਦੀ? ਤੇ ਕੇਤਾ ਤਾਣ ਸਵਾਲੇ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਕੇਤੀ ਦਾਤ ਤੇ ਕੀਤਾ ਪਸਾਓ, ਏਕੋ ਕੁਆਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ, ਮੈਂ ਕੌਣ ਨਾ ਤੇਰੀ ਵਿਚਾਰ ਕਰਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਇਹ ਪਹਿਲਾ ਇਸ ਚੌਂਕੜੀ ਦਾ ਜਿਹੜੇ ਚਾਰ ਅੱਗੇ ਸ਼ਬਦ ਆਉਣੇ ਹੈ, ਉਹਦਾ ਇਹ ਪਹਿਲਾ ਸ਼ਬਦ ਹੈ। ਮੈਨੂੰ ਇੰਨੀ ਕੁ ਸਮਝ ਆਈ, ਇਟਸ ਨੋਟ ਫਾਈਨਲ। ਇਹਦੇ 'ਚ ਤੁਸੀਂ ਕੁਛ ਵੀ ਐਡੀਸ਼ਨ ਕਰ ਸਕਦੇ ਹੋ, ਕਿਉਂਕਿ ਸਾਡੀ ਸਾਰਿਆਂ ਦੀ ਸੋਚ ਉਡਾਰੀ ਆਪਣੀ ਹੈ। ਠੀਕ ਹੈ ਜੀ। Any additions, please? ਇੱਕ ਹੋਰ ਵੀ ਗੱਲ ਆਈ ਸੀ, ਧੀਰਜ ਧਰਮ ਧਰਣੀ ਧਰ ਟੇਕ, ਬਾਣੀ ਦੇ ਵਿੱਚ ਆਉਂਦਾ ਹੈ। ਧਰਣੀ ਧਰ ਜਿਹੜਾ ਹੈ, ਉਹਦਾ ਜਿਹੜਾ ਆਸਰਾ ਹੈ ਉਹ ਧੀਰਜ ਤੇ ਧਰਮ ਹੈ। ਹਾਂਜੀ। ਕਵਾਓ ਦਾ ਕੀ ਮਤਲਬ ਹੈ? ਏਕੋ ਕੁਆਓ, ਕੁਆਓ ਦਾ ਮਤਲਬ ਕਿ ਉਹਨਾਂ ਦੇ ਕਹਿਣ ਦੇ ਨਾਲ ਇਹ ਸਾਰਾ ਪਸਾਰਾ। ਕੁਆਓ ਹੁਕਮ ਵੀ ਹੁੰਦਾ ਹੈ, ਕੁਆਓ ਫੁਰਨਾ ਵੀ ਹੁੰਦਾ ਹੈ। ਆਪਾਂ ਇਹਨੂੰ ਦੇਖ ਲਈਏ ਨਾ, ਸੌਰੀ, ਕੀਤਾ ਪਸਾਓ ਕੁਆਓ ਕੀ ਕਹਿੰਦੇ ਜੀ ਆਪਣਾ ਕੇਵਲ ਜੀ, ਆਪਣਾ ਮਾਨਕੋਸ਼ ਹੋਰੀ? ਹੁਕਮ ਵੀ ਕਹਿੰਦੇ। ਹਾਂਜੀ, ਹੁਕਮ ਵੀ ਕਹਿੰਦੇ ਜੀ। ਹੁਕਮ ਕੁਆਓ ਵਾਕਿਆ। ਕੁਆਓ ਹੁਕਮ ਕੀਤਾ ਪਸਾਓ ਏਕੋ ਕੁਆਓ। ਹਾਂ ਨਹੀਂ, ਵਾਕਿਆ ਵੀ ਹੈਗਾ ਜੀ, ਕੁਆਓ ਵੀ ਹੈਗਾ, ਉਹਦਾ ਵਾਕ ਵੀ ਹੈਗਾ, ਤੇ ਇੱਕ ਵਾਕ ਤੋਂ ਸਾਰਾ ਪਸਾਰਾ। ਕੁਨ, ਉਹ ਸ਼ਾਸਤਰਾਂ 'ਚ ਮਿਲਦਾ ਹੈ ਨਾ, ਕੁਨ ਆਖਿਆ ਵਾਹਿਗੁਰੂ ਨੇ ਤੇ ਸਾਰਾ ਕੁਝ ਬਣ ਗਿਆ। ਕਵਾਓ ਇਹਦੇ 'ਚ ਬਚਨ, ਹੁਕਮ। ਹਾਂਜੀ, ਅਰਬੀ ਦੇ ਵਿੱਚ ਕਵਾ ਜਿਹੜਾ ਉਹ ਦੇਖਣਾ, ਛੋਹਣਾ, ਸੁਣਨਾ, ਮਨ, ਚੇਤਾ, ਸੋਚ, ਧਿਆਨ, ਚਿੰਤਾ, ਮਨ, ਬੁੱਧ, ਚਿੱਤ, ਹੰਕਾਰ, ਆਕਰਖਣ। ਇਹ ਭਾਈ ਵੀਰ ਸਿੰਘ ਜੀ ਨੇ ਕਾਫੀ ਕੁਝ ਦਿੱਤਾ। ਪਰ ਸਾਨੂੰ ਜਿਹੜੀ ਸਮਝਣ ਦੀ ਲੋੜ ਹੈ ਕਿ ਕਵਾਓ ਦਾ ਮੈਨਾ ਇੱਕ ਫੁਰਨਾ, ਇੱਕ ਸੋਚ, ਇੱਕ ਹੁਕਮ ਜੀ। ਇਹ ਇਸਲਾਮ ਜਿਹੜੇ ਮੰਨਦੇ ਆ ਉਹਨੂੰ ਕੁਨਬਾ ਕੁਨ, ਕੀ ਇਹ ਕਵਾਓ ਉਸ ਨਾਲ ਰਿਲੇਟ ਹੁੰਦਾ? ਕੁਨਬਾ, ਓਕੇ। ਤਾਂ ਹੀ ਤੇ ਇਹ ਜਗ ਸੱਚੇ ਕੀ ਕੋਠੜੀ ਕਿਹਾ ਨਾ। ਮੈਂ ਜਦੋਂ ਦੇਖ ਰਹੀ ਸੀ ਪੰਚ ਦਾ ਮੀਨਿੰਗ, ਮੈਂ ਕਿਹਾ ਪੰਚ ਕਾਫੀ ਵਾਰੀ ਉਸ ਮਨੁੱਖ ਵਾਸਤੇ ਵੀ ਆਇਆ ਜਿਹੜਾ ਮਤਲਬ ਹਮੇਸ਼ਾ ਜਿਹੜਾ ਲੋਭ ਅਹੰਕਾਰ ਵਿੱਚ ਫਸਿਆ ਹੈ। ਤੇ ਇੱਥੇ ਪੰਜ ਦਾ ਮੀਨਿੰਗ ਹੈਗਾ ਵੀ ਜਿਹਨੇ ਸੁਣ ਕੇ ਮੰਨਿਆ, ਉਹ ਪੰਜ ਹੈ। ਤਾਂ ਮੈਂ ਜਦੋਂ ਦੇਖ ਰਹੀ ਸੀ ਉੱਥੇ ਆਪਣਾ ਥਿੱਤੀ ਗੌੜੀ ਮਹੱਲਾ 5ਵਾਂ ਦੇ ਵਿੱਚ ਸ਼ਲੋਕ ਵਿੱਚ ਆਇਆ, ਪੰਜ ਵਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਤੇ ਪੌੜੀ ਵਿੱਚ ਫਿਰ ਉਹਨਾਂ ਨੇ ਦੂਜੇ ਪੰਜ ਦਾ ਦੱਸਿਆ, ਪੰਚਮ ਪੰਚ ਪ੍ਰਦਾਨ ਤੇ ਜੈ ਜਾਨਿਓ ਪਰਪੰਚ, ਕੁਸਮ ਬਾਸ ਬੋ ਰੰਗ ਕਣੋ ਸਭ ਮਿਥਿਆ ਬਲ ਪੰਚ, ਨਹਿ ਜਾਪੇ ਨਹਿ 부ਜੀਏ ਨਾ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੇਦਿਓ ਅਗਿਆਨ ਰਚਿਓ ਸੰਸਾਰ, ਜਨਮ ਮਰਨ ਬੋ ਜੋਨ ਪ੍ਰਮਣ, ਕੀਨੇ ਕਰਮ ਅਨੇਕ, ਰਚਨਹਾਰ ਨ ਸਿਮਰਿਓ, ਮਨ ਨਾ ਵਿਚਾਰ ਵਿਵੇਕ, ਪਾਓ ਭਗਤ ਭਗਵਾਨ ਸੰਗ,
माया लिपत ना रंच, नानक बिरला पाइए जो ना रचै परपंच। मतलब ਇਹੋ ਜਿਹੇ ਬਿਰਲੇ ਹੀ ਨੇ ਜਿਹੜੇ ਪਰਪੰਚ ਦੇ ਵਿੱਚ ਖਚਤ ਨਹੀਂ ਹੁੰਦੇ। ਬੜਾ ਕੁਛ ਹੈ ਭੈਣ ਜੀਓ। ਮੈਂ ਬੇਨਤੀ ਕੀਤੀ ਸੀ ਪੰਚ ਨੂੰ, ਜਦੋਂ ਅਸੀਂ ਪੰਜ ਕਿੰਨੀ ਵਾਰੀ ਆਇਆ ਤੇ ਪੰਚ ਮਜਮੀ ਜੋ ਪੰਚਨ ਰਾਖੈ, ਮਿਥਿਆ ਰਸਨਾ ਨੇ ਟੁੱਟ ਭਾਖੈ, ਚੱਕਰ ਬਣਾਏ ਕਰੇ ਪਾਖੰਡ, ਨਾ ਉਹ ਤ੍ਰਿਆ ਤੇ ਨਾ ਉਹ ਰੰਡ। ਇੱਕ ਸ਼ਬਦ ਇਹ ਵੀ ਹੈ। ਇੱਕ ਸ਼ਬਦ ਹੈ ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ ਤੇ ਪੰਚ ਗਵਾਏ। ਇਹ ਚਾਰ ਤਰ੍ਹਾਂ ਦੇ ਪੰਜ ਨੇ। ਇੱਕ ਇਹ ਵੀ ਹੈ। ਇਨ ਬਿਦ ਨਗਰ ਉਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜਾਈ। ਜਦੋਂ ਆਪਾਂ ਐਕਸਪਲੇਨ ਕਰਨ ਲੱਗੇ ਤੇ ਫਿਰ ਇਲਸਟ੍ਰੇਟ ਕਰੀਏ ਤੇ ਫਿਰ ਜਦੋਂ ਥੋੜੀ ਗੱਲ ਹੋਵੇ ਤੇ ਉਹਨੂੰ ਇਲਸਟ੍ਰੇਸ਼ਨ ਜ਼ਿਆਦਾ ਭਰ ਦੇਈਦੀ ਹੈ, ਪਰ ਜਦੋਂ ਗੱਲ ਲੰਬੀ ਹੋਵੇ ਤੇ ਫਿਰ ਇਲਸਟ੍ਰੇਸ਼ਨ ਘਟਾ ਦੇਈਦੀ ਹੈ। ਹੁਣ ਇਹ ਜਿਹੜਾ ਸ਼ਬਦ ਹੈ ਇਹ ਟੋਟਲੀ ਇਲਸਟ੍ਰੇਟੇਬਲ ਹੈ ਐਂਡ ਇੱਥੇ ਫੱਬਦਾ ਏ, ਢੁਕਦਾ ਏ ਵੀ ਕਿਹੜੇ ਕਿਹੜੇ ਪੰਜ ਸੀਗੇ। ਸਤ ਸੰਤੋਖ ਦਇਆ ਧਰਮ ਧੀਰਜ, ਉਹਨੂੰ ਮੈਂ ਮਨਾ ਲਿਆ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰੁਸਾ ਲਿਆ। ਫਿਰ ਪੰਚ ਵਸਾਏ, ਫਿਰ ਉਹਨਾਂ ਨੂੰ ਮੈਂ ਵਸਾ ਲਿਆ। ਏਦਾਂ ਗੁਰੂ ਅਰਜਨ ਦੇਵ ਜੀ ਦਾ ਪੰਜਵੀਂ ਪਾਤਸ਼ਾਹੀ ਦਾ। ਹਾਂਜੀ। ਤੇ ਪੰਜ ਗਵਾਏ, ਪੰਜਾਂ ਨੂੰ ਨਗਰ ਚੋਂ ਕੱਢ ਦਿੱਤਾ। ਇਨ ਬਿਦ ਨਗਰ ਉਠਾ ਮੇਰਾ ਮਤਲਬ ਮੇਰਾ ਨਗਰ ਵਸ ਗਿਆ। So there are so many ways. ਹਾਂਜੀ ਕਾਰ ਸਿੰਘ ਜੀ ਤਿਆਰ ਹੋਏ ਨੇ ਕੁਝ। ਸੌਰੀ ਹਾਂਜੀ ਹਾਂਜੀ ਮੈਂ ਅਰਜੀਤ ਕਹਿ ਰਹੇ ਸੀ ਕੁਝ। ਕੋਈ ਨਹੀਂ, ਮੈਂ ਕਿਹਾ ਪੰਜ ਕਈ ਜਗ੍ਹਾ ਹੈ, ਜਿਸ ਤਰ੍ਹਾਂ ਪੰਜ ਆਪਣੇ ਕੱਕੇ ਵੀ ਹਨ, ਪੰਜ ਐਲੀਮੈਂਟਸ ਵੀ ਸਰੀਰ ਵਿੱਚ ਵੀ ਪੰਜ ਹਨ। ਹਾਂਜੀ, ਅਗਲੀ ਕਲਾਸ ਦੇ ਵਿੱਚ ਮੈਂ ਦੱਸ ਸਕਦਾ ਤੁਹਾਨੂੰ ਪੰਜ ਕਿੱਥੇ ਕਿੱਥੇ ਆ ਰਹੇ ਹਨ। ਬੜੇ ਮੈਂ ਵੀ ਅੱਜ ਪੜ੍ਹੇ ਕਈ ਜਗ੍ਹਾ। ਯਾ ਚਲੋ ਦੱਸਦਾ ਫਿਰ। ਠੀਕ ਹੈ ਜੀ, ਸੌਰੀ। ਹਾਂਜੀ ਕਾਰ ਸਿੰਘ ਜੀ। ਹਾਂਜੀ ਤੇ lot more to discuss in this show. ਹਾਂਜੀ ਹਾਂਜੀ ਤੇ ਬਹੁਤ ਤਵੀਲ ਸਬਜੈਕਟ ਮੈਟਰ ਹੈ ਇਹਦਾ। ਹਾਂਜੀ ਮੈਂ ਨਿੱਕੀ ਜਿਹੀ ਗੱਲ ਕਰਨੀ। ਕੀਤਾ ਵਸਾਓ ਏਕੋ ਕੁਆਓ। ਜੇ ਕੁਆਓ ਦਾ ਅਰਥ ਅਸੀਂ ਬੋਲ ਜਾਂ ਹੁਕਮ ਕਰਾਂਗੇ ਤੇ ਪ੍ਰਮਾਤਮਾ ਨਿਰੰਕਾਰ ਆ। ਉਹਦਾ ਕੋਈ ਸਰੀਰ ਨਹੀਂ, ਉਹਦੀ ਕੋਈ ਰਸਨਾ ਨਹੀਂ, ਤੇ ਨਾ ਹੀ ਉਹ ਕੋਈ ਕੁਆਓ ਕਰ ਸਕਦਾ, ਬੋਲ ਸਕਦਾ। ਜਿਹੜਾ ਮੈਂ ਇਹ ਗੱਲ ਸਮਝਦਾ ਵਾਂ ਵੀ ਪ੍ਰਮਾਤਮਾ ਨੇ ਸਾਰਾ ਜਿਹੜਾ ਇਹ ਪਸਾਰਾ ਕੀਤਾ, ਇੱਕੋ ਕੁਆਓ ਇੱਕ ਖਾਸ ਸ਼ਕਤੀ ਆ, ਇੱਕ ਐਸੀ ਐਨਰਜੀ ਆ, ਇੱਕ ਐਸੀ ਨਿਰੰਕਾਰੀ ਸ਼ਕਤੀ ਆ ਜਿਸ ਕਰਕੇ ਇਹ ਸਾਰਾ ਪਸਾਰਾ ਹੋਇਆ। ਉਹ ਪਸਾਰਾ ਗੁਰੂ ਸਾਹਿਬ ਮਾਲਕ ਨੇ ਕਰਕੇ ਤੇ ਉਹ ਕਰਤਾ ਤੇ ਪੁਰਖ ਵੀ ਬਣ ਬੈਠਾ। ਉਹਨੇ ਇਹਦਾ ਪਸਾਓ ਵੀ ਕੀਤਾ, ਉਹਨੇ ਇਹਨੂੰ ਕ੍ਰੀਏਟ ਵੀ ਕੀਤਾ, ਐਂਡ ਆਲਸੋ ਪ੍ਰੈਜ਼ੈਂਟ ਇਨ ਕ੍ਰੀਏਸ਼ਨ। ਇਹ ਵੀ ਗੱਲ ਉਦਾਂ ਹੀ ਲੱਗਦੀ ਆ ਜਿੱਦਾਂ ਕਰਤਾ ਪੁਰਖ ਹੋਵੇ। ਕੀਤਾ ਪਸਾਓ ਏਕੋ ਕੁਆਓ। ਏਕੋ ਕੁਆਓ ਦਾ ਮਤਲਬ ਇਹ ਲਿਟਰਲੀ ਨਹੀਂ ਲੈਣਾ ਚਾਹੀਦਾ ਕਿ ਪ੍ਰਮਾਤਮਾ ਨੇ ਇੱਕ ਸ਼ਬਦ ਕਹਿ ਦਿੱਤਾ ਵੀ ਸਾਰੇ ਜੀ ਪੈਦਾ ਹੋ ਜਾਣ। ਨਹੀਂ, ਉਹਦਾ ਇੱਕ ਤਰੀਕਾ ਹੈ ਸਿਰਫ ਕਹਿਣ ਦਾ। ਸੌਰੀ ਤੁਹਾਡੀ ਗੱਲ ਵਿੱਚੋਂ ਟੋਕ ਰਿਹਾ। ਅੱਛਾ, ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਵੀ ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਹਾਂਜੀ, ਇਹ ਜਿਹੜੀਆਂ ਦੋ ਚਾਰ ਚੀਜ਼ਾਂ ਨੇ ਇਹਨਾਂ ਤੇ ਆਪਾਂ ਨੂੰ ਥੋੜੀ ਹੋਰ ਖੋਜ ਕਰਨੀ ਚਾਹੀਦੀ। ਮੈਂ ਕਿਹਾ ਕਿ ਤਵੀਲ ਗੱਲ ਹੋ ਸਕਦੀ ਹੈ। ਹੁਣੇ ਹੀ ਦੇਖੋ ਆਪਾਂ ਗੱਲ ਸ਼ੁਰੂ ਕੀਤੀ ਤੁਸਾਂ ਭਈ ਉਹ ਬੋਲ ਨਹੀਂ ਬੋਲਦਾ। ਜੇ ਉਹ ਬੋਲ ਨਹੀਂ ਬੋਲਦਾ ਤੇ ਉਹ ਹੁਕਮ ਕਿੱਦਾਂ ਦਿੰਦਾ ਹੈ? ਉਹਦਾ ਹੁਕਮ ਜਿਹੜਾ ਹੈ ਇੱਕ ਸਿਸਟਮ ਹੈ। ਜੋ ਤੁਸੀਂ ਕਿਹਾ ਉਹਨੂੰ ਐਨਰਜੀ ਕਹਿ ਲਿਆ। ਜਦੋਂ ਅਸੀਂ ਉਹਨੂੰ ਸਰਗੁਣ ਰੂਪ ਚ ਦੇਖਾਂਗੇ ਤੇ ਅਸੀਂ ਸਾਰੇ ਬੋਲਦੇ ਹਾਂ, ਉਹ ਬੋਲਦਾ। ਸਰਗੁਣ, ਨਿਰਗੁਣ, ਨਿਰੰਕਾਰ। ਜਦੋਂ ਉਹ ਨਿਰਗੁਣ ਹੈ ਤੇ ਉਹਦਾ ਕੋਈ ਚਿਹਰਾ, ਅੱਖ, ਕੰਨ, ਦੰਦ, ਮੂੰਹ, ਸਰੀਰ ਨਹੀਂ ਹੈ। ਜਿਸ ਤਰ੍ਹਾਂ ਨਾ ਸਭ ਮੈਂ ਜੋਤ ਹੈ ਸੋਏ ਦੇ ਵਿੱਚ
सहस तव नैन नन नैन है तोहे कहो, सहस मूरत नन्ना एक तोही, सहस पद बिमल नन एक पद, गंध बिन सहस तव गंध, ਇਹ ਵਿਚਲਤ ਮੋਹੀ। ਅਸੀਂ ਕਦੀ ਵੀ ਨਾ ਭੁੱਲੀਏ ਕਿ ਅਕਾਲ ਪੁਰਖ ਦੀ ਜਿਹੜੀ ਅਗੇਨ ਅਸੀਂ ਜੋ ਕੁਝ ਵੀ ਬਿਆਨੇ ਹੈ ਉਹ ਕੁਝ ਵੀ ਨਹੀਂ ਹੈ। ਨਵੇਂ ਸਾਹਿਬ ਮੇਰਾ ਨੀਤ ਨਵਾਂ ਹੋ ਸਕਦਾ ਹੈ। ਗੱਲ ਉੱਥੇ ਐਂਡ ਕਰਦੀ ਹੈ, ਕਰਤੇ ਕੇ ਕਰਨੇ ਨਾਹੀ ਸ਼ੁਮਾਰ, ਨਾਹੀ ਸ਼ੁਮਾਰ। ਇੱਥੇ ਗੱਲ ਖਤਮ ਹੋਣੀ ਆ। ਵੀ ਕੈਨ ਕਿ ਕੁਦਰਤ ਕਵਣ ਕਹਾਂ ਵਿਚਾਰ, ਪਰ ਕਿਧਰੇ ਅਸੀਂ ਗਲਤ ਬਿਆਨੀ ਨਾ ਕਰ ਦਈਏ। ਜਿੰਨਾ ਮਰਜ਼ੀ ਥੋੜ ਬਿਆਨੀ ਕਰੀਏ, ਜਿੰਨਾ ਮਰਜ਼ੀ ਵਿੜ ਲਈਏ ਅਸੀਂ, ਵੀ ਕੈਨ ਰੀਚ ਨੋ ਪੁਆਇੰਟ। ਥੋੜ ਬਿਆਨੀ ਕਰੀਏ, ਗਲਤ ਬਿਆਨੀ ਨਾ ਕਰੀਏ। ਇਹ ਖਿਆਲ ਰੱਖੀਏ ਜਦੋਂ ਵੀ ਵਾਹਿਗੁਰੂ ਦੀ। ਇਸੇ ਕਰਕੇ ਜਦੋਂ ਅਸੀਂ ਕੋਈ ਗੱਲ ਕਰੀਏ ਜਾਂ ਸੁਣੀਏ ਰੱਬ ਦੇ ਬਾਰੇ, ਗੁਰਬਾਣੀ ਦੇ ਬਾਰੇ, ਅਸੀਂ ਠੀਕ ਗਲਤ ਦੇ ਵਿੱਚ ਨਾ ਜਾਈਏ। ਮੈਂ ਬੇਨਤੀ ਕਰਦਾ ਹੁੰਦਾ ਹਮੇਸ਼ਾ, ਠੀਕ ਗਲਤ ਨਹੀਂ, ਇਹ ਸਾਡੀ ਵਿਚਾਰ ਹੈ ਠੀਕ ਜਾਂ ਗਲਤ, ਉਹ ਬਿਆਨ ਹੈ। ਇੱਥੇ ਗੱਲ ਮੁੱਕਦੀ। ਹਾਂਜੀ ਹੈ ਨਾ। ਇੱਕ ਨਿੱਕੀ ਗੱਲ ਹੋਰ ਕਰਨੀ ਚਾਹੁੰਦਾ ਹਾਂ ਜੀ। ਧੌਲ ਧਰਮ ਦਇਆ ਕਾ ਪੂਤ। ਹੁਣ ਜਿਹੜਾ ਧਰਮ ਆ ਇਹ ਨਾਉਨ ਹੈ ਸ਼ਬਦ, ਤੇ ਧੌਲ ਜਿਹੜਾ ਇਹਦਾ ਵਿਸ਼ੇਸ਼ਣ ਆ। ਜਿਹੜਾ ਧੌਲਾ ਬਲਦ ਹੁੰਦਾ ਵਾ, ਜਿਹੜਾ ਸਾਨ ਹੁੰਦਾ ਵਾ, ਇਹ ਇੱਕ ਸ਼ਕਤੀ ਦਾ ਪ੍ਰਤੀਕ ਹੁੰਦਾ। ਹਾਂਜੀ, ਵੀ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸ਼ਕਤੀਸ਼ਾਲੀ ਧਰਮ ਆ ਮਨੁੱਖ ਦੇ ਕੋਲ ਜੇ ਹੋਵੇ, ਜੋ ਮਨੁੱਖ ਸ਼ਕਤੀਸ਼ਾਲੀ ਧਾਰਮਿਕ ਤੌਰ ਤੇ ਆ, ਤੇ ਜਿਹੜਾ ਧਰਮ ਆ ਇਹ ਦਇਆ ਦਾ ਪੁੱਤਰ ਆ। ਓਕੇ, ਜਿਸ ਮਨੁੱਖ ਕੋ ਦਇਆ ਨਹੀਂ ਹੈਗੀ ਉਹ ਮਨੁੱਖ ਧਰਮੀ ਨਹੀਂ ਹੋ ਸਕਦਾ, ਤੇ ਜਿਸ ਮਨੁੱਖ ਕੋ ਦਇਆ ਹੋਵੇਗੀ ਉਹਦੇ ਕੋਲ ਸ਼ਕਤੀਸ਼ਾਲੀ ਧਰਮ ਹੋਏਗਾ, ਜੀਵਨ ਜਾਚ ਹੋਏਗੀ ਉਹਦੇ ਕੋਲ। ਓਕੇ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਮਨੁੱਖ ਨੇ ਸੰਤੋਖ ਨੂੰ ਆਪਣੇ ਹਿਰਦੇ ਵਿੱਚ ਥਾਪ ਕੇ ਤੇ ਆਪਣੀ ਜੀਵਨ ਜਾਚ ਨੂੰ ਸੂਤਰ ਦੇ ਵਿੱਚ ਬੰਨ ਲਿਆ ਵਾ, ਉਹ ਮਨੁੱਖ ਅਸਲੀ ਧਰਮੀ ਹੋਏਗਾ। ਤੇ ਜੇ ਕੋ ਬੁਝੇ ਹੋਵੇ ਸਚਾਰ, ਜਿਹੜਾ ਬੰਦਾ ਇਹਨਾਂ ਦੋ ਪੁਆਇੰਟਾਂ ਨੂੰ ਚੰਗੀ ਤਰ੍ਹਾਂ ਸਮਝ ਲਵੇਗਾ, ਤੇ ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਸਚਾਰ ਹੈ। ਠੀਕ ਹੈ, ਬਿਲਕੁਲ ਠੀਕ। ਦੱਸ ਦੋ। ਹਾਂਜੀ, ਐਨੀਵਨ ਐਲਸ? ਤੁਸੀਂ ਦਰਗਾਹ ਨੂੰ ਇੱਕ ਵਾਰੀ ਫਿਰ ਐਕਸਪਲੇਨ ਕਰ ਦੱਸੋਗੇ ਕੀ ਕਿਹਾ ਸੀ? ਦਰਗਾਹ ਇੱਥੇ ਦੇਖੋ ਨਾ, ਜਿੱਥੇ ਪੜੋ ਕਹਿੰਦੇ ਜੇ ਰੱਬ ਦੇ ਦਰਗਾਹ ਵਿੱਚ ਉਹਨਾਂ ਦੇ ਕੀ ਹੁੰਦਾ, ਅਕਾਲ ਪੁਰਖ ਦੇ ਦਰਬਾਰ ਵਿੱਚ। ਹਾਊ ਵੁੱਡ ਅਸੀਂ ਫਿਰ ਫਸ ਜਾਂਦੇ ਹਾਂ ਨਾ ਜਦੋਂ ਅਸੀਂ ਦੇਖੋ, ਜਿਸ ਵੇਲੇ ਅੱਜ ਤੋਂ 50 60 70 ਸਾਲ ਪਹਿਲੋਂ ਜਿਹੜੀ ਆਮ ਅੰਡਰਸਟੈਂਡਿੰਗ ਸੀਗੀ ਉਹ ਹਿੰਦੂ ਮਾਈਥੋਲੋਜੀ ਦੇ ਇੰਪ੍ਰੈਸ਼ਨ ਦੇ ਵਿੱਚ ਸੀਗੀ, ਹੈ ਨਾ। ਜਦ ਕਿ ਸਾਡੀ ਫਿਲਾਸਫੀ ਐਂਡ ਹਿੰਦੂ ਫਿਲਾਸਫੀ ਆਰ ਟੋਟਲੀ ਪੁਲਡ ਅਪਾਰਟ। ਉਹ ਵਾਲੀ ਦਰਗਾਹ ਜਿਹੜੀ ਹੈ ਉਹ ਹਿੰਦੂ ਫਿਲਾਸਫੀ ਦੀ ਹੈ ਕਿ ਧਰਮਰਾਜ ਬੈਠਦਾ ਹੈ, ਚਿੱਤਰਗੁਪਤ ਬੈਠਦੇ ਨੇ ਤੇ ਲੇਖਾ ਹੁੰਦਾ ਹੈ ਤੇ ਦਿਸ ਐਂਡ ਦੈਟ। ਗੁਰੂ ਨਾਨਕ ਦੀ ਇਹ ਫਿਲਾਸਫੀ ਨਹੀਂ ਸੀ, ਪਰ ਕਿਉਂਕਿ ਬਾਹਮਣ ਗੁਰੂ ਨਾਨਕ ਦਾ ਸ਼ੁਰੂ ਤੋਂ ਵੈਰੀ ਰਿਹਾ, 5 ਸਾਲ ਤੋਂ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਮਨਾ ਕਰਤਾ, ਇਸ ਕਰਕੇ ਉਹਨਾਂ ਨੇ ਸਾਡੇ ਮੈਂ ਕਹਿ ਰਿਹਾ ਸਾਡੇ ਧਰਮ ਦੀਆਂ ਜੜ੍ਹਾਂ 'ਚ ਜਾਂ ਗੁਰੂ ਨਾਨਕ ਦੀ ਫਿਲਾਸਫੀ ਦੀਆਂ ਜੜ੍ਹਾਂ 'ਚ ਤੇਲ ਸ਼ੁਰੂ ਤੋਂ ਦਿੱਤੇ ਆ ਰਹੇ ਨੇ। ਇਸ ਕਰਕੇ ਉਹਨਾਂ ਨੇ ਇੰਨਾ ਭੁਲੇਖਾ ਪਾ ਛੱਡਿਆ ਹੋਇਆ ਹੈ ਕਿ ਇਹ ਹੁਣ ਜਦੋਂ ਲਿਖਿਆ ਗਿਆ ਏ, ਇਹ ਵੀ ਉਸ ਵੇਲੇ ਲਿਖਿਆ ਗਿਆ ਹੈ। ਅੱਜ ਤੋਂ ਇਹ ਜਿਹੜੇ ਅਰਥ ਨੇ ਸਾਨੂੰ ਨਹੀਂ ਪਤਾ ਇਹ ਕਿਸ ਵੇਲੇ ਹੋਏ ਨੇ। ਤੇ ਮੈਂ ਕਿੱਥੇ ਗੱਲ ਕਰ ਰਿਹਾ ਸੀ ਪਿੱਛੇ ਜੇ ਕਿ ਮੈਂ ਰਾਜ ਪਬਲਿਸ਼ਰ ਨੂੰ ਪੁੱਛਿਆ ਵੀ ਸੀ ਜਿਹੜੇ ਦਰਪਣ ਦੇ, ਭਈ ਇਹ ਆਥੈਂਟਿਕ ਨੇ ਜੋ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੀਤੇ ਸਨ? ਸਾਨੂੰ ਪਤਾ ਹੀ ਨਹੀਂ ਹੈ। ਸੋ ਕਿਧਰੇ ਨਾ ਕਿਧਰੇ ਸਾਡੇ ਧਰਮ ਦੇ ਵਿੱਚ, ਸਾਡੇ ਅਰਥਾਂ ਦੇ ਵਿੱਚ, ਸਾਡੇ ਗ੍ਰੰਥ ਦੇ ਵਿੱਚ ਰਲਾ ਪਿਆ ਹੋਇਆ, ਮਿਕਸਡ ਅਪ ਹੋਇਆ ਹੈ, ਖਿਚੜੀ ਬਣੀ ਹੋਈ ਹੈ।
ਹਾਂਜੀ ਤੇ ਅਸੀਂ ਮਤਲਬ ਕੀ ਫਿਰ ਮਤਲਬ ਕਰੀਏ ਦਰਗਾਹ ਮੈਂ means ਬੇਨਤੀ ਇਹ inside? ਕਰਦਾ ਹੁੰਨਾ ਕਿ ਜੇ ਤੁਸੀਂ ਸਾਰੇ ਪੜ੍ਹੇ ਲਿਖੇ ਕਹਿੰਦੇ ਹੋ ਆਪਣੇ ਆਪ ਨੂੰ, ਤੇ ਪੜ੍ਹਾਈ ਜਿਹੜੀ ਹੈ ਨਾ ਇੱਥੇ ਕੰਮ ਚ ਲਿਆਓ, ਲਫ਼ਜ਼ੀ ਮੈਨਾ ਕੱਢੋ, ਉਹਨੂੰ ਫਿਲਾਸਫੀ ਦੇ ਨਾਲ ਰਿਲੇਟ ਕਰੋ। ਜਿਸ ਤਰ੍ਹਾਂ ਇੱਕ ਸਾਡੇ ਕੋਲ ਗੁਰਬਾਣੀ ਜਿਹੜੀ ਹੈ ਉਹ ਕਸਵੱਟੀ ਹੈ, ਟੱਚ ਸਟੋਨ ਹੈ, ਸੁਨਿਆਰੇ ਵਾਲਾ। ਸੁਨਿਆਰੇ ਕੋਲ ਐਡਾ ਜਿਹਾ ਪੱਥਰ ਹੁੰਦਾ ਹੈ, ਅਸੀਂ ਜਾ ਕੇ ਉਹਨੂੰ ਸੋਨਾ ਦਿਖਾਉਂਦੇ ਹਾਂ, ਇੱਕ ਲਾਈਨ ਖਿੱਚਦਾ ਉਹ ਆਪਣੇ ਪੱਥਰ ਤੇ ਕਹਿ ਦਿੰਦਾ ਹੈ ਇਹਦੇ ਚ ਇੰਨੇ ਕੈਰਟ ਨੇ। ਵੀ ਆਰ ਏਬਲ ਟੂ ਡੂ ਦੈਟ ਟੂ, ਪਰ ਅਸੀਂ ਡਿਪੈਂਡੇਬਲ ਇੰਨਾ ਹੋਏ ਹਾਂ ਕਿ ਕੀ ਲੋੜ ਹੈ ਅਕਲ ਬਹੁਤੀ ਮਾਰਨ ਦੀ, ਪੜ੍ਹ ਲਓ ਤੇ ਅਰਥ ਹੋ ਗਏ। ਉੱਥੇ ਅਸੀਂ ਮਾਰ ਖਾਂਦੇ ਹਾਂ। ਮੇਰੀ ਅਕਸਰ ਗੱਲ ਹੁੰਦੀ ਹੈ ਜਦੋਂ ਵੀਰਾਂ ਨਾਲ ਭੈਣਾਂ ਨਾਲ, ਤੇ ਆਈ ਆਲਵੇਜ਼ ਟਾਕ ਔਨ ਦੈਟ ਲਾਈਨ ਕਿ ਭਾਈ ਆਪਣੇ ਕੋਲੋਂ ਸੋਚੋ, ਰੱਬ ਮੇਰਾ ਵੀ ਤੇ ਹੈਗਾ ਨਾ, ਮੈਨੂੰ ਕਿਉਂ ਨਹੀਂ ਸਮਝ ਦੇਗਾ। ਹੁਣ ਦਰਗਾਹ ਜਿਹੜੀ ਹੈ ਉਹ ਦਰਗਾਹ ਮੈਂ ਕਿਹਨੂੰ ਸਮਝਾਂਗਾ? ਵੈਸੇ ਤੇ ਮੁਸਲਮਾਨਾਂ ਚ ਦਰਗਾਹ ਜਿਹੜੀ ਉਹ ਕਬਰ ਨੂੰ ਕਹਿੰਦੇ ਨੇ। ਨਿਜ਼ਾਮੁਦੀਨ ਦੀ ਦਰਗਾਹ ਚੱਲੇ ਆ ਜੀ, ਰੁਕਨਦੀਨ ਦੀ ਦਰਗਾਹ ਚੱਲੇ ਆ ਜੀ, ਅਜਮੇਰ ਸ਼ਰੀਫ ਦੀ ਦਰਗਾਹ ਚੱਲੇ ਆ ਜੀ। ਉੱਥੇ ਜਾ ਕੇ ਮੰਨਤਾਂ ਉਹ ਸਾਰੀ ਫਿਲਾਸਫੀ ਅਲੱਗ ਹੈ, ਪਰ ਉਹਨਾਂ ਦਾ ਇੱਕ ਲਫ਼ਜ਼ ਚੁੱਕਿਆ ਦਰਗਾਹ, ਜਿੱਥੇ ਜਾ ਕੇ ਤੁਸੀਂ ਨਤਮਸਤਕ ਹੋ ਜਾਓ। ਤੇ ਨਤਮਸਤਕ ਦਾ ਮਤਲਬ ਹੈ ਕਿ ਤੁਸੀਂ, ਤੁਹਾਡੀ ਅਵੇਅਰਨੈਸ ਦਾ ਭਾਂਡਾ ਜਿਹੜਾ ਹੈ ਉਹ ਇੰਨਾ ਤਗੜਾ ਹੋਵੇ ਕਿ ਉਹਦੀ ਹਜ਼ੂਰੀ ਨੂੰ ਮਾਣੋ। ਨਤਮਸਤਕ ਅਸੀਂ ਕਿਹਦੇ ਅੱਗੇ ਹੁੰਦੇ ਹਾਂ? ਜਿਹਨੂੰ ਅਸੀਂ ਮੰਨਦੇ ਹਾਂ। ਹਜੂਰ ਹੈ, ਹਜੂਰ ਦੂਰ ਕਤ ਜਾਓ। ਹਜ਼ੂਰੀ, ਦਰਗਾਹ ਦਾ ਮੈਨਾਂ ਹੈ ਹਜ਼ੂਰੀ। ਬਸ ਕਰੀਏ ਜੀ। Just a minute, you talked about the mythical mala. You didn't use the word mala, but the beads are all strung on a thread. And I take it that the beads are the virtues that we are to have. The thread is daya, compassion, which is holding all the beads together. Where does Santokh come in? Is Santokh also one of the beads? No, Santokh is the bead, is the thread. Santokh is the thread. I thought daya was the thread. No, daya is the generator. ਜੇ ਦਇਆ ਨਹੀਂ ਹੈਗੀ, ਜਿਤ ਤਨ ਦਇਆ ਨਾ ਉਪਜੈ ਸੋ ਤਨ ਜਾਨ ਮਸਾਨ, ਏਦਾਂ ਵੀ ਹੈਗਾ ਨਾ ਇੱਕ ਥਾਂ ਤੇ। ਕੀ ਹੈਗਾ? ਦਇਆ दया धर्म का, दया धर्म का मूल है, पाप मूल अभिमान। तुलसी दया ना छोड़िए, जय कट मन में प्राण के की, तन में प्राण। सो दया धर्म नू धर्म दी जननी है, द मदर। जिहदे कोल कंपैशन नहीं हैगा, ਉਹਦੇ ਕੋਲ ਕੋਈ ਸਿਸਟਮ ਨਹੀਂ ਆਏਗਾ, ਵਰਚੂਜ਼ ਵੀ ਨਹੀਂ ਆਣਗੇ, ਕਿਉਂਕਿ ਕੰਪੈਸ਼ਨ ਹੀ ਨਹੀਂ ਹੈ। ਉਹ ਜਿਹੜੀ ਸੰਤੋਖ ਦੇ ਬੀਟਸ ਨੇ, ਉਹ ਸਾਰੀਆਂ ਸਪਿਰਿਚੁਅਲ ਥਾਟਸ ਜਿਹੜੀਆਂ ਕਿ ਵਰਚੂਜ਼ ਨੇ ਰੱਬ ਜੀ ਦੀਆਂ, ਉਹ ਸਾਰੀਆਂ ਉਹਦੀਆਂ ਬੀਟਸ ਨੇ। ਉਹਨਾਂ ਬੀਟਸ ਨੂੰ ਪਕੜਿਆ ਕਿੰਨੇ ਹੋਇਆ, ਪਰੋਇਆ ਕਿੰਨੇ ਹੋਇਆ? ਸਬਰ ਨੇ, ਸ਼ੁਕਰ ਨੇ, ਸੰਤੋਖ ਨੇ। When you said sabr, wouldn't that be ਧੀਰਜ? ਸੰਤੋਖ, ਧੀਰਜ ਪਾਰਟਸ ਨੇੜੇ ਨੇੜੇ ਨੇ। ਸੰਤੋਖ ਇਜ਼ ਸੈਚੁਏਸ਼ਨ, ਕੰਟੈਂਟਮੈਂਟ, ਹਾਂਜੀ, ਦੈਟ ਇਜ਼ ਸੰਤੋਖ। ਤੇ ਸਾਰੇ ਨਾਲ ਨਾਲ ਮਿਲਦੇ ਜੁਲਦੇ ਨੇ ਨਾ। ਧੀਰਜ, ਧੀਰਜ ਵੀ ਉਹੀ ਜੀ ਉਸ ਨੇਚਰ ਦਾ ਹੀ ਗੁਣ ਹੈ ਰੱਬ ਜੀ ਦਾ। ਇਹ ਮਤਲਬ ਹੋ ਗਿਆ ਨਾ, ਜਿਹਦੇ ਚ ਸੰਤੋਖ ਆ ਗਿਆ ਉਹ ਹੁਕਮੀ ਬੰਦਾ ਬਣ ਗਿਆ। ਨਹੀਂ, ਪੰਜੇ ਹੀ ਚਾਹੀਦੇ ਨੇ, ਪੰਜੇ ਹੀ ਚਾਹੀਦੇ ਨੇ ਸਾਰਿਆਂ ਲਈ। ਵੱਖਰੀ ਗੱਲ ਹੈ ਇੱਥੇ 3 ਦਾ ਜ਼ਿਕਰ ਹੋਇਆ ਹੈ, ਧਰਮ, ਦਇਆ ਤੇ ਸੰਤੋਖ। that doesn't mean ਕਿ ਬਾਕੀ 2 ਨਹੀਂ ਚਾਹੀਦੇ, 7 ਨਹੀਂ ਚਾਹੀਦਾ ਤੇ ਧੀਰਜ ਨਹੀਂ ਚਾਹੀਦਾ। they all come together. ਹਾਂਜੀ,
ਉਹੀ ਜਿਹੜੀ ਕਾਰਸੀ ਨੇ ਉਹਨੇ ਕਿਹਾ ਸੀ ਨਾ ਕਿ ਇਟ ਨੀਡਸ ਮੋਰ ਇਲਸਟ੍ਰੇਸ਼ਨ। ਹੁਣ ਦੇਖੋ ਇੱਕ ਇੱਕ ਗੱਲ ਨੂੰ ਅਸੀਂ ਫੜਦੇ ਪਏ ਹਾਂ ਨਾ, ਕਿੰਨਾ ਚੰਗਾ ਲੱਗ ਰਿਹਾ। ਦੇਰ ਇਜ਼ ਸਟਿਲ space to talk about it. So I may be asking a very elementary question. We understand theoretically the virtues we need to have. And these are virtues which you cannot go out and shop and buy them, or you cannot throw a switch and they you have get to sprout. Yeah, it has got to come from the inside. My question is, how do we develop this yearning for these virtues, which I find that I understand I need them, but my personal experience is I struggle to develop these virtues. You may say, read the Bani, understand the Bani, which I try to do, especially so in these classes of yours. And I really appreciate having the opportunity to sit in this class of yours to understand this. But it stays as the theory. It doesn't become the practical. Because I, as Bhupendrajit, have not looked that far. Now, मैं पढ़िया, I have to have compassion. It's a catch-22. हाँ जी, मैं गया, मैं बाहर गया कार दे विच, मेरी कार थले कुत्ता आ गया, इमैटीरियल मेरे लिए। कि मेरे कोल कंपैशन है कि बंदा आए तां ही मेरी कार रुकेगी, किसी कुत्ते दे नाल नहीं रुकेगी। मैं जा रहा, मैं देखिया वो परले पासे दूसरे शोल्डर ते कोई गरीब मेरी अट्रैक्शन दा मुंतजिर हो गया। He attracted me, he or she. I cannot go back. मेरा कंपैशन की कहेगा, बादशाह ये ते मेहर करे। I can do that. दूसरा, ignore it. I can't go, leave it. Maybe some other time. So, इस तरह निक्के 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 कंपैशन दे मैनू ਜਿਹੜੇ ਬੀਡਸ ਨੇ ਇਕੱਠੇ ਕਰਨੇ ਪੈਣਗੇ। ਫਿਰ ਮੇਰੇ ਕੋਲ ਇੱਕ ਮਰਿਆਦਾ ਬਣ ਜਾਏਗੀ, ਇੱਕ ਸਿਸਟਮ ਬਣ ਜਾਏਗਾ ਧਰਮ ਦਾ। ਸਤ ਇਸ ਕਰਕੇ ਸਭ ਤੋਂ ਪਹਿਲੇ ਦਿੱਤਾ, ਸਤ ਇਜ਼ योर कैरेक्टर, योर एथिक्स, फिर संतोख, फिर दया, फिर धर्म, फिर धीरज। सो नॉट दैट कि एक कदी हो नहीं सकता। किद्दां शुरू करा, इदां शुरू, पर ये मैं कीता की है, मैं एज अ भुपिंदरजीत मैं की कर रहा, मैं अपने इत्थे ऐनक ला लईए अवेयरनेस दी, वर्चुअस डीड्स दी, ते मैं उहदे नाल दुनिया च फिरदा पिया। ਜਿਹੜੇ रंग दी मैं ऐनक लाई है, मैनू दुनिया उही विखेगी। ग्रे है, ग्रीन है, ब्राउन है, वाइट है। लोड़ है मैनू ऐनक लानी जरूरी है। घरों तुरा, जिस तरह मैं अपना वॉलेट देखदा, अपनी चाबियां देखदा, अपनी शक्ल देखदा, इस तरह मैं देखा कि हुण मैं की ला के चलिया। अगले अद्धे घंटे च मैं ट्रैवल करना है, अद्धा घंटा मेरे कोल केड़ी डीड होनी चाहिए अज, लेट मी प्रैक्टिस दैट। पर मैं की करदा, बैठदा ते मैं अपना ब्लूटूथ ऑन करदा ते मैं फोन करने शुरू कर देना, क्योंकि दिस इज द हाई टाइम टू कैच अप। थिंक अबाउट इट। जे मैं वो कर सकदा ते मैनू की मौत पई है, माफ करना, मैं हाले भी पूछी जावां सवाल की है? नो, आई नो द आंसर। द लोड इज, द नीड इज, आई हैव टू वॉक, आई डोंट हैव टू टॉक। मेक सेंस? हरकेवल जी ने कोई गल कहनी सी। परमजीत ने कहनी, कहते जी परमजीत कह लो पहले।
ਜਦੋਂ ਜਾਣ ਲੱਗਦੇ ਆ ਨਾ ਸਾਰਿਆਂ ਨੂੰ ਸਮਾਂ ਆ ਜਾਂਦਾ ਹੈ। ਹੁਣ ਮੈਂ ਅਗਲੀ ਵਾਰੀ ਕੀ ਕਰਨਾ, 15 ਮਿੰਟ ਕਲਾਸ ਤੋਂ ਬਾਅਦ ਕਹਿਣਾ ਜੀ ਹੁਣ ਬਸ ਕਰੀਏ। ਨਹੀਂ, ਅੱਜ ਸ਼ਬਦ ਬਹੁਤ ਲੰਬਾ ਸੀ ਨਾ, so it would take time. We knew that. ਅੱਛਾ, ਨਹੀਂ ਪਰ ਮੈਨੂੰ ਤੇ ਖਤਮ ਕੀਤਿਆਂ 29 ਮਿੰਟ ਹੋ ਗਏ ਨੇ, ਪਰ ਪਰਮਜੀਤ ਕੌਰ ਦਾ ਹੱਥ ਹੁਣ ਕਿਉਂ ਖੜਾ ਹੋਇਆ? ਨਹੀਂ, ਮੈਂ ਕਾਫੀ ਦੇਰ ਦਾ ਕਰ ਰਹੀ ਹਾਂ, ਤੁਸੀਂ ਦੇਖਿਆ ਨਹੀਂ। ਅੱਛਾ, ਨਹੀਂ ਕਿਉਂ? ਤੁਸੀਂ ਯੈਸ ਕਹੋ ਨਾ, ਹਾਂ ਮੈਂ ਕਰ ਰਹੀ। See, look, ਭੁਪਿੰਦਰਜੀਤ, this is our system. ਅਸੀਂ ਕਿਹੜੀ ਮਰਿਆਦਾ ਅਪਣਾਈ ਹੋਈ ਹੈ? ਹਾਂਜੀ, ਤੁਸੀਂ ਸੁਣਦੇ ਪਏ ਹੋ? ਨਹੀਂ, ਮੈਂ ਬੈਠੀ ਹਾਂ। ਅਸੀਂ ਗੱਲ ਹੀ ਨਹੀਂ ਤੋਂ ਸ਼ੁਰੂ ਕਰਦੇ ਹਾਂ। ਨੈਗੇਸ਼ਨ। ਹਾਂਜੀ, ਸੌਰੀ ਜੀ। ਨਹੀਂ, ਇੱਥੇ ਦੱਸੋ। ਸੋ ਗੁਰੂ ਨਾਨਕ ਦੇਵ ਜੀ ਬਾਈ ਚਾਹੁੰਦੇ ਨੇ ਪੰਚਾਂ ਦੀ ਗੱਲ ਕਰਦੇ ਕਰਦੇ ਆਣ ਕੇ ਫਿਰ ਈਵਨ ਕਿ ਵੀ ਉਹਨਾਂ ਦੀ ਅਧਿਆਤਮ ਜਿਹੜੀ ਅਪਰੋਚ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਆ, ਉਹ ਫਿਰ ਵੀ ਗੁਰੂ ਸਾਹਿਬ ਅੱਗੇ ਆ ਕੇ ਕਹਿੰਦੇ ਹੈਗੇ ਵੀ ਫਿਰ ਵੀ ਉਹ ਪਰਮਾਤਮਾ ਦਾ ਜਿਹੜਾ ਕਰਤੇ ਗਏ ਕਰਨੇ ਦਾ ਅੰਤ ਨਹੀਂ ਪਾ ਸਕਦੇ। ਇੱਕ ਤਾਂ ਇਹ ਸੋਚ ਦੇ ਵਿੱਚ ਹੈ ਚੱਲਦੀ ਹੈਗੀ। ਦੂਸਰੀ ਸੋਚ ਜਿਹੜਾ ਉਹ ਖੰਡਨ ਕਰਦੇ ਕਰਦੇ ਫਿਰ ਸਾਨੂੰ ਸਮਝਾਉਣਾ ਸ਼ੁਰੂ ਕੀਤਾ ਉਹਨਾਂ ਨੇ, ਗੁਰੂ ਸਾਹਿਬ ਨੇ, ਵੀ ਜਿਹੜਾ ਧੌਲ ਹੈਗਾ, ਮੈਂ ਤੁਹਾਨੂੰ ਦੱਸਦਾ ਵੀ ਧੌਲ ਕਿਹੜੀ ਚੀਜ਼, ਧੌਲ ਜਿਹੜੀ ਕਿਹੜੀ ਰੱਬੀ ਸ਼ਕਤੀ ਹੈਗੀ ਹੈ ਜਿਹੜੀ ਉਹ ਹਰੇਕ ਚੀਜ਼ ਨੂੰ ਖੜਾਈ ਬੈਠੀ ਹੈਗੀ, ਹਾਂਜੀ। ਤੇ ਉਹਦੇ ਵਿੱਚ ਜਿਹੜਾ ਉਹ ਕਿ ਦਇਆ ਦੀ ਗੱਲ ਕਰਦੇ, ਉਹ ਮੈਨੂੰ ਲੱਗਦਾ ਵੀ ਪਰਮਾਤਮਾ ਦੇ ਪ੍ਰਤੀ ਹੈ। ਉਹ ਦਿਆਲੂ ਜਿਹੜਾ ਸਭ ਤੋਂ ਵੱਡੀ ਦਿਆਲਤਾ ਉਹ ਪਰਮਾਤਮਾ ਦੇ ਕੋਲ ਹੈਗੀ। ਉਹ ਪਰਮਾਤਮਾ ਨੇ ਹੀ ਧਰਮ ਰੂਪੀ ਨਿਯਮ ਬਣਾਇਆ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਦੁਨੀਆ ਦੀ ਕਾਰ ਨੂੰ ਚਲਾਉਣ ਵਾਸਤੇ। ਤੇ ਉਹ ਫਿਰ ਉਹ ਸੰਤੋਖ ਆ ਵੀ ਜਿਹੜੀ ਚੀਜ਼ ਨੂੰ ਜਿੱਥੇ ਜਿੱਥੇ ਉਹਨੇ ਰੱਖਤਾ ਹੈ ਉਹ ਉਹਦੇ ਵਿੱਚ ਸੰਤੁਸ਼ਟ ਹੈ ਸਿਵਾਏ ਕਿ ਇਨਸਾਨ ਤੋਂ, ਹੈ ਜੀ। ਮਤਲਬ ਇਹ ਦੁਨੀਆ ਦੀ ਜਿਹੜੀ ਕਾਰ, ਜਿਹੜਾ ਨਿਯਮ ਉਹਨੇ ਦੁਨੀਆ ਨੂੰ ਚਲਾਉਣ ਵਾਸਤੇ ਕੀਤਾ ਹੈਗਾ, ਕ੍ਰੀਏਟ ਕੀਤਾ ਹੈਗਾ, ਮੈਨੂੰ ਲੱਗਦਾ ਵੀ ਉਹਦੀ ਉਹ ਗੱਲ ਮਾਰਿਜ ਕਰ ਰਹੇ ਹੈਗੇ ਆ। ਤੇ ਨਾਲ ਦੀ ਨਾਲ ਉਹ ਜਿਹੜੀ ਪਹਿਲੀ ਮਿੱਥ ਸੀਗੀ ਉਹਦਾ ਖੰਡਨ ਕਰ ਰਹੇ। ਬਿਲਕੁਲ ਠੀਕ। ਤੇ ਇਸ ਤੋਂ ਅੱਗੇ ਵੀ ਜਦੋਂ ਗੱਲ ਕਰਦੇ ਹੈਗੇ ਆ ਜੀ ਜਾਤ ਰੰਗਾਂ ਕੇ ਨਾਮ ਨਾਲ, ਇਹ ਵੀ ਉਸ ਜਿਹੜੀ ਹੈਗੀ ਆ ਮਤਲਬ ਨਿਯਮ ਦੀ ਹੀ ਐਕਸਟੈਂਸ਼ਨ ਹੈਗੀ, ਉਹਦੇ ਸਿਸਟਮ ਦੀ, ਉਹਦੇ ਸਿਸਟਮ ਦੀ ਐਕਸਟੈਂਸ਼ਨ ਹੈਗੀ। ਜੀ ਜਾਤ, ਉਹਨਾਂ ਨੇ ਕਈ ਤਰ੍ਹਾਂ ਦੇ ਜੀ ਬਣਾਏ, ਜਾਤਾਂ ਬਣਾਈਆਂ, ਰੰਗ ਵੀ ਡਿਫਰੈਂਟ, ਨਾਂ ਵੀ ਡਿਫਰੈਂਟ, ਸਭਨਾ ਲਿਖਿਆ ਬੂੜੀ ਕਲਾਮ। ਉਹਨਾਂ ਦਾ ਜਿਹੜਾ ਹੈਗਾ, ਉਹਨਾਂ ਦਾ ਰਹਿਣਾ ਸਹਿਣਾ ਜਾਂ ਉਹਨਾਂ ਨੇ ਕੀ ਕਰਨਾ ਦੁਨੀਆ ਦੇ ਵਿੱਚ, ਉਹ ਵੀ ਉਹਨਾਂ ਦਾ ਪਰਮਾਤਮਾ ਨੇ ਨਿਰੰਤਰ ਰੂਪ ਦੇ ਵਿੱਚ ਲਿਖ ਦਿੱਤਾ ਹੈਗਾ। ਫਿਰ ਅਗਲੇ ਜਿਹੜੇ 4 ਲਾਈਨਾਂ ਹੈਗੀਆਂ, ਮੈਨੂੰ ਲੱਗਦਾ ਇਹ ਕੁਐਸਚਨ ਰੂਪ ਹੀ ਆ, ਇਹ ਲੇਖਾ ਲਿਖ ਜਾਣੇ ਕੋਲ, ਵੀ ਇਹ ਲੇਖੇ ਨੂੰ ਕੋਈ ਜਾਣ ਸਕਦਾ? ਕੋਈ ਨਹੀਂ ਜਾਣ ਸਕਦਾ। ਲੇਖਾ ਲਿਖਿਆ ਕੀਤਾ ਹੋਏ ਕਿ ਇਹਦਾ ਲੇਖਾ ਲਿਆ ਇੱਕ ਕੀਤਾ ਹੈਗਾ, ਇਹ ਨਹੀਂ, ਇਹ ਵੀ ਸਾਰੇ ਕੁਐਸਚਨ ਦੇ ਰੂਪ 'ਚ ਹੀ ਹੈ। ਕੇਤਾ ਤਾਣ, ਮਹਾਰਾਜ ਦਾ ਕਿੱਡਾ ਤਾਣ ਹੈਗਾ, ਕਿੱਦਾਂ ਉਹਦਾ ਸੁੰਦਰ ਰੂਪ ਹੈਗਾ, ਕੇਤੀ ਦਾਤ, ਕਿੱਡੀਆਂ ਦਾਤਾਂ ਦਿੰਦਾ ਹੈਗਾ, ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈਗਾ, ਹਾਂਜੀ। ਫਿਰ ਅੱਗੇ ਜਾ ਕੇ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਵੀ ਉਹਨਾਂ ਨੇ, ਹਾਂਜੀ, ਵੀ ਉਹਨਾਂ ਨੇ ਆਪਣੇ ਪਰਮਾਤਮਾ ਦੇ ਆਪਣੇ ਹੁਕਮ ਦੇ ਵਿੱਚ ਸਾਰਾ ਪਸਾਰਾ ਜਿਹੜਾ ਬਣਾਇਆ ਹੈਗਾ, ਤਿਸ ਤੇ ਹੋਏ ਲੱਖ ਦਰਿਆਓ। ਜਿਹੜੇ ਦਰਿਆਓ ਵੀ ਜਿਹੜੇ ਹੈਗੇ ਆ, ਜਿਵੇਂ ਆਪਾਂ ਕਹਿ ਦਿੰਦੇ ਸੀ ਉਹ ਜੀ ਜਾਤ ਵੀ ਕਿੰਨੇ ਜੀ ਬਣਾਏ, ਜੀਵਨ ਰੂਪੀ ਪ੍ਰਵਾਹ ਉਹਦਾ ਇੱਕ ਕਿਸਮ ਦਾ ਦਰਿਆਓ, ਮਤਲਬ ਕਿੰਨੀਆਂ ਤਰ੍ਹਾਂ ਦੀਆਂ ਮਤਲਬ ਮਹਾਰਾਜ ਨੇ ਇਹ ਚੀਜ਼ਾਂ ਬਣਾਈਆਂ, ਜੀਵਨ ਰੂਪੀ ਪ੍ਰਵਾਹ ਜਿਹੜੇ ਨੇ ਉਹਨੇ ਦਰਿਆਓ ਜਿਹੜੇ ਬਣਾਏ ਹੈਗੇ। ਤਿਸ ਤੇ ਹੋ ਲੱਖ ਦਰਿਆ ਕੁਦਰਤ ਕਵਣ ਕਹਾਂ, ਵੀ ਮੇਰੇ ਚ ਇਹ ਹਿੰਮਤ ਹੈਗੀ ਹੈ ਮੈਂ ਇਹ ਵਿਚਾਰ ਕਰ ਸਕਾਂ ਵੀ ਵਾਰਿਆ ਨਾ ਜਾ, ਮੈਂ ਤਾਂ ਇੱਕ ਵਾਰਿਆ ਵੀ ਨਹੀਂ ਜਾ ਸਕਦਾ। ਜੋ ਤੁਧ ਪਾਵੇ ਸਾਈ ਭਲੀ, ਜੋ ਤੂੰ ਕਰ ਰਿਹਾ ਹੈਗਾ ਉਹ ਸਾਈ ਭਲੀ ਕਾਰ, ਜੋ ਤੂੰ ਕਰਾ ਰਹੇ ਹੋ ਉਹ ਸਦਾ ਸਲਾਮਤ ਕਰ। ਦੇਖੋ, ਇਹ ਸਾਡੇ ਕੋਲ ਨਾ ਇੱਕ ਮਾਈਲਸਟੋਨ ਹੈ ਸੱਚਿਆਰ ਬਣਨ ਦੇ ਰਸਤੇ ਦੇ ਵਿੱਚ। ਸਾਨੂੰ ਇਹ ਸਮਝ ਆਏਗੀ ਇਹਨਾਂ ਅਗਲੀਆਂ ਪੌੜੀਆਂ ਦੇ ਵਿੱਚ, ਇੱਥੇ ਪਹਿਲੇ ਵੀ ਬੇਅੰਤਤਾ ਉਹਦੀ ਹੈਗੀ ਸੀ। ਸਾਚਾ ਸਾਹਿਬ ਸਾਚਨਾ ਹੈ, ਭਾਖਿਆ ਭਾਵ ਪਾਰ,
ਸੁਣਿਆ ਸਰਾਂ ਗੁਨਾਹ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਇਹ ਸਾਰੀ ਉਹਦੀ ਬੇਅੰਤਤਾ ਸੀਗੀ। ਹੁਣ ਇੱਥੇ ਆ ਕੇ ਬੇਅੰਤਤਾ ਦਾ ਦਾਇਰਾ ਜਿਹੜਾ ਵਿਸ਼ਾਲ ਹੋ ਗਿਆ। ਗਾਂ ਚੱਲ ਕੇ ਅਗਲੀਆਂ ਪੌੜੀਆਂ 'ਚ ਹੋਰ ਵਿਸ਼ਾਲਤਾ ਆਏਗੀ। ਮਾਲਕ ਕੀ ਸਮਝਾਉਣਾ ਚਾਹ ਰਹੇ ਨੇ ਇੱਕ ਅਲਪੱਗ ਜੀਵ ਨੂੰ, ਮੈਨੂੰ, ਤੁਹਾਨੂੰ? ਉਹ ਕਹਿਣਾ ਚਾਹ ਰਹੇ ਨੇ, ਦੇਖ ਤੂੰ ਰਿਸ਼ਤਾ ਕਿਹਦੇ ਨਾਲ ਜੋੜਿਆ, ਤੂੰ ਉਹਦੇ ਵਰਗਾ ਬਣਨਾ ਹੀ ਜਿਹੜਾ ਐਡਾ ਵੱਡਾ। ਜੇ ਤੂੰ ਕਿਧਰੇ ਉਹਦੇ ਰਾਹ ਤੇ ਤੁਰ ਪਵੇਂ, ਜੇ ਤੂੰ ਕਿਧਰੇ ਉਹਨੂੰ, ਤੂੰ ਉਹਦੀਆਂ ਕੁਝ ਇੱਕ ਕੁਆਲਿਟੀਜ਼, ਵਿਨ ਗੁਣ ਕੀਤੇ ਭਗਤ ਨਾ ਹੋਏ, ਜੇ ਕਿਧਰੇ ਤੂੰ ਉਹਦੇ ਗੁਣ ਵਸਾ ਲਵੇਂ ਆਪਣੇ ਅੰਦਰ, ਇੰਬਾਈਬ ਕਰ ਲਵੇਂ, ਇਨਗ੍ਰੇਨ ਕਰ ਲਵੇਂ, ਤੇ ਤੂੰ ਦੇਖ ਕਿੱਡਾ ਵੱਡਾ ਉਹਦਾ ਪਸਾਰਾ ਹੀ, ਤੂੰ ਉਹੋ ਜਿਹਾ ਬਣ ਸਕਦਾ ਹੈ। ਜਿੱਦਾਂ ਇੱਕ ਮਾਂ ਛੋਟੇ ਬੱਚੇ ਨੂੰ ਕਹਿੰਦੀ, ਹਾਂ ਪੁੱਤਰ ਜੇ ਤੂੰ ਪੜ੍ਹਾਈ ਕਰੇਗਾ ਤੂੰ ਏਦਾਂ ਬਣ ਜਾਏਗਾ। ਉਹਦੀ ਵਿਸ਼ਾਲਤਾ ਜਿਹੜੀ ਹੈ ਉਹ ਬਾਣੀ ਦੇ ਵਿੱਚ ਕੁੱਟ ਕੇ ਭਰੀ ਪਈ ਹੈ। ਤੇ ਸਾਡੀ ਜਿਹੜੀ ਸੀਮਤਾ ਹੈ, ਸਾਡੀ ਲਿਮਿਟ ਜਿਹੜੀ ਹੈ, ਉਹ ਹਰ ਕਦਮ ਤੇ ਸਾਡੇ ਕੋਲ ਆਉਂਦੀ ਹੈ, ਪਰ ਅਸੀਂ ਉਹਨੂੰ ਢੀਠ ਬਣ ਕੇ ਇਗਨੋਰ ਕਰ ਦਿੰਦੇ ਹਾਂ। That's how it is. ਜੇ ਕਿਧਰੇ ਮੈਨੂੰ ਆਪਣੀ ਔਕਾਤ ਨਾ ਭੁੱਲੇ, ਜੇ ਮੈਨੂੰ ਕਿਧਰੇ ਆਪਣੀ ਜਿਹੜੀ ਅਸਲੀਅਤ ਹੈ ਉਹ ਮੈਂ ਨਾ ਭੁੱਲਾਂ, ਤੇ ਮੈਂ ਕਦੀ ਵੀ ਐਡੇ ਵੱਡੇ ਦਾਅਵੇ ਨਹੀਂ ਕਰ ਸਕਦਾ ਜ਼ਿੰਦਗੀ 'ਚ, ਜਿਹੜੇ ਕਿ ਮੈਂ ਆਮ ਜ਼ਿੰਦਗੀ 'ਚ ਕਰਦਾ। ਮਾਫ ਕਰਨਾ, ਕਈ ਹੋਣਗੇ ਜਿਹੜੇ ਨਹੀਂ ਕਰਦੇ ਹੋਣਗੇ ਤੁਹਾਡੇ ਵਰਗੇ। ਇਹ ਹੈ ਨਾ ਜੀ। ਚਲੋ ਬਸ ਕਰੀਏ ਜੀ। ਕੋਈ ਹੋਰ ਹੱਥ ਹੈਗਾ? ਅਗਲੇ ਹਫ਼ਤੇ ਤੇ ਹੋਰ ਲਾਓ ਥੋੜਾ ਟਾਈਮ। ਇਹ ਲੱਗੀ ਜਾਣਾ, ਕਿਉਂਕਿ ਜਦੋਂ ਤੁਸੀਂ ਅਸੰਖ ਇਹਦੇ 'ਚ ਲਾ ਲੈਂਦੇ ਆ, ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਇੱਕ ਥਾਟ ਪੂਰਾ ਹੋ ਚੁੱਕਾ ਹੈ ਤੇ ਆਪਾਂ ਇਹਨੂੰ ਡਿਸਕਸ ਕਰ ਸਕਦੇ ਹਾਂ ਦੁਬਾਰਾ, ਨੋ ਪ੍ਰੋਬਲਮ। ਵੈਸੇ ਵੀ ਵਿੱਚ ਬ੍ਰੇਕ ਵੀ ਲੈ ਸਕਦੇ ਹਾਂ। ਇਟ ਇਜ਼ ਬਿਨ ਵੈਰੀ very kind of tough to assimilate. ਆਪਾਂ ਹੋਰ ਡਿਸਕਸ ਕਰਾਂਗੇ ਕਿ ਕਿੱਦਾਂ ਬ੍ਰਾਹਮਣਿਕਲ ਫੋਰਸਿਸ ਨੇ ਗੁਰੂ ਨਾਨਕ ਦੀਆਂ ਜੜ੍ਹਾਂ 'ਚ ਕਿੱਦਾਂ ਤੇਲ ਦਿੱਤਾ। We can discuss more on that. ਹਾਂਜੀ, we can. ਠੀਕ ਹੈ ਜੀ ਸਾਰਿਆਂ ਨੂੰ? ਠੀਕ ਹੈ। ਸੌਰੀ ਯਾਰ, ਮੈਂ ਤਾਂ ਕਿੰਨੀ ਦੇਰ ਪੌਜ਼ ਹੀ ਕੀਤਾ ਹੋਇਆ। ਲੈ ਦੱਸ। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ। ਸੂਹੀ ਮਹਲਾ ਪੰਜਵਾਂ। ਦਰਸ਼ਨ ਦੇਖ ਜਿਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਨ ਪ੍ਰਭ ਮੇਰੇ, ਦੇਹੁ ਨਾਮ ਕਰ ਆਪਣੇ ਚੇਰੇ। ਦਰਸ਼ਨ ਦੇਖ ਜਿਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਨ ਪ੍ਰਭ ਮੇਰੇ,
दे नाम कर अपने चेरे राव। अपनी शरण राख प्रभ दाते, गुर प्रसाद कीने विरले जाते। सुनो बिनो प्रभ मेरे मीता, चरण कमल वसे मेरे चिता। नानक एक करे अरदास, विसर नाही पूर्ण गुणतास। नानक एक करे अरदास, विसर नाही पूर्ण गुणतास। वाहिगुरु 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 वाहिगुरु। वाहिगुरु जी का खालसा खालसा वाहिगुरु जी की